ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 6 ਤਰੀਕ ਦਾ ਪ੍ਰੋਗਰਾਮ ਹੈ। 6 ਨਵੰਬਰ ਅੱਜ ਤੇ ਦਿਨ ਅੱਜ ਸੋਮਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਈ, ਸਤਨਾਮ ਸਿੰਘ ਚੇਰਗਲ ਸਿਲਮਾ ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਝਗੜੇ ਝੇੜਿਆਂ ਤੋਂ, ਟਸਲਾਂ ਤੋਂ। ਇਹ ਟਸਲਾਂ ਜਦੋਂ ਸੁਪਰੀਮ ਕੋਰਟ ਦੇ ਵਿੱਚ ਗਈਆਂ ਤਾਂ ਟਸਲਾਂ ਤੋਂ ਬਾਅਦ ਝਾੜਾਂ ਦਾ ਦੌਰ ਗਿਆ, ਝਾੜਾਂ ਦਾ ਦੌਰ ਵੀ ਆਇਆ, ਝਾੜਾਂ ਪਈਆਂ ਨੇ। ਕਹਿੰਦੇ ਰਾਜਪਾਲ ਨੂੰ ਇੱਕ ਨੂੰ ਨਹੀਂ ਬਲਕਿ ਰਾਜਪਾਲਾਂ ਨੂੰ ਮਾਰੀ ਹੈ ਸੁਪਰੀਮ ਕੋਰਟ ਨੇ ਝਾੜ। ਬਿਲਕੁਲ ਜੀ, ਪੰਜਾਬ ਦੇ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਮਾਮਲਾ ਤਣਾਤਣੀ ਵਾਲਾ ਸੀਗਾ। ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਰਾਜਪਾਲ ਦੋਵਾਂ ਵਿਚਾਲੇ ਲਗਾਤਾਰ ਖਿੱਚੋਤਾਣ ਰਹੀ ਆ, ਲਗਾਤਾਰ ਵਿਵਾਦ ਰਿਹਾ, ਚਿੱਠੀ ਪੱਤਰ ਰਿਹਾ, ਆਦਾਨ ਪ੍ਰਦਾਨ ਰਿਹਾ। ਉਹਨਾਂ ਸਾਰੇ ਪਹਿਲੂਆਂ ਦੇ ਦਰਮਿਆਨ ਜਦੋਂ ਫਿਰ ਸਪੈਸ਼ਲ ਸੈਸ਼ਨ ਸੱਦਿਆ ਗਿਆ, ਉਸ ਤੇ ਫਿਰ ਜਦੋਂ ਉਹੀ ਰੇੜਕਾ ਪੰਜਾਬ ਦੇ ਰਾਜਪਾਲ ਨੇ ਖੜਾ ਕੀਤਾ ਕਿ ਇਹ ਸੰਵਿਧਾਨਕ ਨਹੀਂ ਹੈ ਜੀ, ਇਹ ਗੈਰ ਕਾਨੂੰਨੀ ਹੈ ਜੀ, ਮੈਂ ਇਹਨੂੰ ਮਨਜ਼ੂਰੀ ਨਹੀਂ ਦਿੰਦਾ ਜੀ, ਮੇਰੇ ਤੋਂ ਮਨਜ਼ੂਰੀ ਲੈਂਦੇ ਨਹੀਂ ਜੀ। ਬਿੱਲ ਰੋਕਣੇ ਸ਼ੁਰੂ ਕਰ ਦਿੱਤੇ। ਪਿਛਲੇ 7 ਬਿੱਲ ਪੈਂਡਿੰਗ ਪਏ ਸੀ। ਸੋ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਸੁਪਰੀਮ ਕੋਰਟ ਦਾ ਰੁਖ ਕੀਤਾ ਤੇ ਜਦੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਤਾਂ ਉੱਥੇ ਜਦੋਂ ਸੁਣਵਾਈ ਦੇ ਵਿੱਚ ਹਵਾਲਾ ਆਇਆ ਤਾਂ ਮਾਣਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਹੋਰਾਂ ਨੇ ਸਪਸ਼ਟ ਸ਼ਬਦਾਂ 'ਚ ਗੱਲ ਕਹੀ ਕਿ ਗਵਰਨਰ ਵਿਧਾਨ ਸਭਾ 'ਚ ਪਾਸ ਹੋਏ ਬਿੱਲਾਂ ਨੂੰ ਕਿਉਂ ਰੋਕਦੇ ਨੇ, ਮੈਂ ਜਾਣਨਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਗਵਰਨਰ ਕਿਉਂ ਰੋਕਦੇ ਨੇ, ਗਵਰਨਰ ਕਿਉਂ ਰੋਕਦਾ ਨਹੀਂ ਕਿਹਾ ਉਹਨਾਂ ਨੇ, ਜੀ ਕਿਉਂ ਰੋਕਦੇ ਨੇ, ਮਤਲਬ ਸਮੁੱਚੇ ਗਵਰਨਰਾਂ ਦਾ ਵਾਲਾ। ਫਿਰ ਉਹਨਾਂ ਨੇ ਇੱਕ ਗੱਲ ਹੋਰ ਕਹੀ, ਕਹਿੰਦੇ ਗਵਰਨਰਾਂ ਨੂੰ ਕੈਬਨਿਟ ਦੀ ਸਲਾਹ ਉੱਤੇ ਕੰਮ ਕਰਨ ਲਈ ਰੱਖਿਆ ਜਾਂਦਾ ਹੈ। ਹਾਂਜੀ, ਠੀਕ ਹੈ। ਗਵਰਨਰ ਨੂੰ ਨਹੀਂ ਕਿਹਾ ਉਹਨਾਂ ਨੇ, ਗਵਰਨਰਾਂ ਨੂੰ ਕਿਹਾ। ਗਵਰਨਰਾਂ ਨੂੰ ਕੈਬਨਿਟ ਦੀ ਸਲਾਹ ਅਨੁਸਾਰ ਕੰਮ ਕਰਨ ਲਈ ਤਾਇਨਾਤ ਕੀਤਾ ਜਾਂਦਾ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਹਾਂ ਕਿ ਇਹ ਕਿਉਂ, ਮਤਲਬ ਕਿ ਦੇਸ਼ ਦੇ ਜਿਹੜੇ ਰਾਜਪਾਲ ਨੇ ਜਾਂ ਸਮੁੱਚੇ ਰਾਜਪਾਲ ਨੇ, ਉਹਨਾਂ ਨੇ ਉਸ ਸਵਾਲ ਨਾਲ ਵੀ ਕਿਹਾ ਕਿ ਕਿਉਂ ਸਰਕਾਰ ਨਾਲ ਤਾਲਮੇਲ ਬਣਾ ਕੇ ਨਹੀਂ ਚੱਲਦੇ, ਕਿਉਂ ਉਸ ਦੇ ਕੰਮ ਦੇ ਵਿੱਚ ਅੜਿੱਕਾ ਬਣਦੇ ਨੇ, ਕੀ ਕਾਰਨ ਹੈ ਜੀ। ਤੇ ਉਹਨਾਂ ਨੇ ਇਹ ਸਾਰੇ ਪਹਿਲੂ ਤੇ ਸੁਣਵਾਈ ਕਰਦੇ ਸਿੱਧੇ ਰੂਪ 'ਚ ਝਾੜਾਂ ਪਾਈਆਂ ਔਰ ਲਗਭਗ ਉਹ ਸ਼ਬਦ ਵਰਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਰਾਜਪਾਲ ਲਈ ਵਰਤੇ ਸੀ। ਠੀਕ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸੇ ਸਮੇਂ ਕਿਹਾ ਸੀਗਾ ਕਿ ਅਸੀਂ ਇਲੈਕਟਡ ਹਾਂ, ਤੁਸੀਂ ਸਿਲੈਕਟਡ ਹੋ। ਤੇ ਇਹੀ ਗੱਲ ਮਾਣਯੋਗ ਸੁਪਰੀਮ ਕੋਰਟ ਨੇ ਵੀ ਆਖੀ ਆ ਕਿ ਤੁਸੀਂ ਇਲੈਕਟਡ ਨਹੀਂ ਹੋ, ਸਰਕਾਰ ਇਲੈਕਟਡ ਹੈ, ਚੁਣ ਕੇ ਆਈ ਹੋਈ ਹੈ, ਤੁਸੀਂ ਚੁਣੇ ਹੋਏ ਨੁਮਾਇੰਦੇ ਨਹੀਂ ਹੋ। ਤੁਸੀਂ ਸਰਕਾਰ ਦਾ ਹਿੱਸਾ ਬਣ ਕੇ ਕੰਮ ਕਰਨਾ, ਨਾ ਕਿ ਸਰਕਾਰ ਦਾ ਵਿਰੋਧੀ ਧਿਰ ਬਣ ਕੇ ਕੰਮ ਕਰਨਾ। ਸੋ ਇਹ ਸਭ ਦੇ ਦਰਮਿਆਨ ਅਗਲੀ ਸੁਣਵਾਈ 10 ਨਵੰਬਰ ਤੇ ਪਈ ਹੈ ਤੇ 10 ਨਵੰਬਰ ਨੂੰ ਕੇਂਦਰ ਨੂੰ ਵੀ ਇੱਕ ਵਾਰ ਤਲਬ ਕਰ ਲਿਆ ਨਾਲੇ ਉਹਨਾਂ ਨੇ। ਮਾਣਯੋਗ ਸੁਪਰੀਮ ਕੋਰਟ ਨੇ 10 ਨਵੰਬਰ ਨੂੰ ਕੇਂਦਰ ਨੂੰ ਤਲਬ ਕਰਦਿਆਂ 2 ਸਵਾਲਾਂ ਦੇ ਜਵਾਬ ਲਿਖ ਕੇ ਲਿਆਉਣ ਨੂੰ ਕਿਹਾ। ਉਹਨਾਂ ਨੇ ਪਹਿਲਾ ਸਵਾਲ ਕਿਹਾ ਕਿ ਕੀ ਗਵਰਨਰ ਬਿੱਲ ਰੋਕ ਸਕਦੇ ਨੇ। ਦੂਸਰਾ ਉਹਨਾਂ ਨੇ ਪੁੱਛਿਆ ਕਿ ਕੀ ਮਨੀ ਬਿੱਲ ਰੋਕ ਸਕਦੇ ਗਵਰਨਰ। ਠੀਕ ਹੈ। ਦੋਵਾਂ ਸਵਾਲਾਂ ਦੇ ਜਵਾਬ ਲੈ ਕੇ ਆਇਓ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਬਿੱਲ ਰੋਕਣਾ ਇੱਕ ਵੱਖਰਾ ਮਸਲਾ ਹੈ, ਬਿੱਲ ਦੇ ਉੱਤੇ ਸਹੀ ਪਾਉਣੀ ਹੈ ਜਾਂ ਨਹੀਂ ਪਾਉਣੀ ਹੈ ਵੱਖਰਾ ਮਸਲਾ ਜੀ। ਤੁਸੀਂ ਬਿੱਲ ਨਾਲ ਸਹਿਮਤ ਹੋ ਜਾਂ ਅਸਹਿਮਤ ਹੋ, ਆਪਣੀ ਟਿੱਪਣੀ ਕਰ ਦੋ, ਤੁਸੀਂ ਆਪਣੇ ਦਸਤਖਤ ਕਰ ਦੋ, ਇਨਕਾਰ ਕਰ ਦੋ, ਹਾਂ ਕਰ ਦੋ, ਪਰ ਬਿੱਲ ਰੋਕ ਕੇ ਬੈਠ ਜਾਣਾ ਇਹ ਉਵੇਂ ਹੀ ਹੈ ਜਿਵੇਂ ਕੋਈ ਬਾਬੂ ਮਤਲਬ ਰਿਸ਼ਵਤ ਦੇ ਚੱਕਰ 'ਚ ਫੈਲ ਦੱਬ ਕੇ ਬੈਠਾ ਰਹੇ ਤੇ ਉਹੇ ਜਿਹਾ ਹੀ ਵਰਤਾਰਾ ਹੈ।
ਹੂੰ ਹੂੰ ਸੋ ਮਾਨਯੋਗ ਸੁਪਰੀਮ ਕੋਰਟ ਨੇ ਲਗਭਗ ਦੇਸ਼ ਦੇ ਸਮੁੱਚੇ ਗਵਰਨਰਾਂ ਨੂੰ, ਸਮੁੱਚੇ ਰਾਜਪਾਲਾਂ ਨੂੰ ਸ਼ੀਸ਼ਾ ਵਿਖਾਇਆ। ਜੀ ਜੀ ਪ੍ਰਵੀਨ ਜੀ, ਪਹਿਲਾਂ ਵੀ ਦੇਸ਼ ਦੇ ਰਾਜਪਾਲ ਕੇਂਦਰ ਦੇ ਹੱਥ ਚੁੱਕ ਕੇ ਬਣ ਕੇ ਕੰਮ ਕਰਦੇ ਰਹੇ ਨੇ, ਕਰਦੇ ਰਹੇ ਜੀ ਪਰ ਹੁਣ ਤਾਂ ਜਮਾ ਹੀ ਸ਼ਰਮ ਚੱਕਤੀ। ਪਹਿਲਾਂ ਮਾੜਾ ਮੋਟਾ ਉੱਲਾ ਪੜਦਾ ਹੁੰਦਾ ਸੀ ਕੋਈ, ਹੂੰ ਹੁਣ ਤਾਂ ਸ਼ਰਮੇ ਚੱਕਤੀ। ਹੂੰ ਮਤਲਬ ਜੇ ਕੇਂਦਰ ਨੇ ਕੇਂਦਰ ਸਰਕਾਰ ਨੇ ਜਾਂ ਕੇਂਦਰ ਦੇ ਪੀਐਮਓ ਹਾਊਸ ਨੇ ਹੁਕਮ ਸੁਣਾਤਾ, ਹੂੰ ਤਾਂ ਮਤਲਬ ਬਿਨਾਂ ਬੁਰਸ਼ ਕੀਤਿਆਂ, ਬਿਨਾਂ ਨਹਾਇਆਂ ਵੀ ਸਰਕਾਰਾਂ ਡੇਗਦੇ ਤੇ ਸਰਕਾਰਾਂ ਬਣਾਉਂਦੇ ਨੇ ਸੁੱਤੇ ਪਿਆਂ ਹੀ। ਹਾਂ ਜੀ ਪਤਾ ਨਹੀਂ ਮੂੰਹ ਧੋਣ ਦਾ ਵੀ ਹੁਕਮ ਹੁੰਦਾ ਹੈ ਕਿ ਨਹੀਂ, ਕਿ ਉੱਠੋ ਜੀ ਅੱਧੀ ਰਾਤ ਨੂੰ ਹਾਂ ਜੀ ਇਹ ਸਰਕਾਰ ਹੈ, ਇਹ ਸਰਕਾਰ ਨਹੀਂ ਹੈ। ਤੇ ਅੱਜ ਦੀ ਤਰੀਕ ਦੇ ਵਿੱਚ ਸਮੁੱਚੇ ਰਾਜਪਾਲ ਇਸ ਭੂਮਿਕਾ 'ਚ ਕੰਮ ਕਰਦੇ ਨੇ ਕਿ ਜੇਕਰ ਤਾਂ ਬੀਜੇਪੀ ਦੀ ਸਰਕਾਰ ਹੈ ਉਸ ਸੂਬੇ 'ਚ, ਬੀਜੇਪੀ ਦੇ ਭਾਈਵਾਲਾਂ ਦੀ ਸਰਕਾਰ ਹੈ ਉਸ ਸੂਬੇ 'ਚ, ਫਿਰ ਤਾਂ ਇਹ ਚਾਦਰ ਤਾਣ ਕੇ ਸੌਂਦੇ ਆ, ਫਿਰ ਤਾਂ ਸਭ ਅੱਛਾ ਕੋਈ ਮਤਲਬ ਨਹੀਂ। ਹਾਂ, ਫਿਰ ਸਭ ਚੰਗਾ। ਤੇ ਜੇ ਬੀਜੇਪੀ ਦੀ ਜਾਂ ਉਹਨਾਂ ਦੇ ਭਾਈਵਾਲਾਂ ਦੀ ਸਰਕਾਰ ਨਹੀਂ ਹੈ, ਵਿਰੋਧੀਆਂ ਦੀ ਸਰਕਾਰ ਹੈ, ਕਿਸੇ ਮਰਜ਼ੀ ਧਿਰ ਦੀ ਹੋਵੇ, ਚਾਹੇ ਉਹ ਆਪ ਵਾਲੀ ਹੈ, ਚਾਹੇ ਉਹ ਕਾਂਗਰਸ ਵਾਲੀ ਹੈ, ਜਾਂ ਹੋਰ ਕਿਸੇ ਖੇਤਰੀ ਦਲ ਵਾਲੀ ਹੈ, ਚਾਹੇ ਮਮਤਾ ਵਰਗੀ ਦਲ ਦੀ ਹੈ, ਚਾਹੇ ਸਮਾਜਵਾਦੀ ਦੇ ਕਿਸੇ ਧਿਰ ਦੀ, ਜਾਂ ਇਦਾਂ ਦੀ ਕਿਸੇ ਵੀ ਧਿਰ ਦੀ ਹੋਵੇ, ਫਿਰ ਇਹਨਾਂ ਨੂੰ ਲੱਗਦਾ ਕਿ ਸਾਰੇ ਅਧਿਕਾਰ ਸਾਡੇ ਕੋਲੇ ਨੇ, ਸਾਰਾ ਸੱਚ ਸਾਡੇ ਕੋਲੇ ਹੈ, ਸਾਰੇ ਨੁਕਤੇ ਸਾਡੇ ਕੋਲੇ ਨੇ, ਕਾਨੂੰਨ ਵਾਲੀ ਕਿਤਾਬ ਸਾਡੇ ਘਰੇ ਹੀ ਹੈ। ਇਹਨਾਂ ਨੂੰ ਲੱਗਦਾ ਸੰਵਿਧਾਨ ਅਨੁਸਾਰ ਅਸੀਂ ਉਹ ਕਾਰਵਾਈ ਕਰਦੇ ਆ। ਫਿਰ ਇਹ ਸਾਰੇ ਢੰਗ ਤਰੀਕੇ ਅਪਣਾਉਂਦੇ ਨੇ ਤੇ ਸਰਕਾਰ ਨੂੰ ਘੇਰਦੇ ਨੇ। ਪੰਜਾਬ ਸਰਕਾਰ ਦੇ ਰਾਹ 'ਚ ਅੜਿੱਕਾ ਡਾਉਣ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਇਹ ਵੱਖਰੀ ਗੱਲ ਹੈ ਕਿ ਸਰਕਾਰ ਵੀ ਪੁੱਠੇ ਸਿੱਧੇ ਕੰਮ ਕਰੀ ਜਾਂਦੀ ਹੈ ਨਾਲ ਦੀ ਨਾਲ, ਪਰ ਫਿਰ ਵੀ ਸਰਕਾਰ ਦੇ ਕੋਲ ਬਤੌਰ ਮੁੱਖ ਮੰਤਰੀ ਅਜਿਹਾ ਲੀਡਰ ਜਾਂ ਅਜਿਹਾ ਕਲਾਕਾਰ ਹੈ ਜਿਹੜਾ ਤੰਜ ਦੇ ਵਿੱਚ ਤਾਂ ਗੇੜਾ ਨਹੀਂ ਪੈਣ ਦਿੰਦਾ। ਬਿਲਕੁਲ। ਤੇ ਉਹ ਫਿਰ ਰਾਜਪਾਲ ਦੀਆਂ ਚਿੱਠੀਆਂ ਨੂੰ ਲਵ ਲੈਟਰ ਦੱਸਦਾ ਜਦੋਂ, ਫਿਰ ਇਹਨਾਂ ਨੂੰ ਸੱਤੀ ਕੱਪੜੀ ਅੱਗ ਵੀ ਲੱਗਦੀ ਆ। ਸੋ ਇਸ ਲਈ ਪੰਜਾਬ ਦੇ ਰਾਜਪਾਲ ਦੇ ਹਵਾਲੇ ਨਾਲ ਚੱਲੀ ਇਸ ਬਹਿਸ ਦੇ ਉੱਤੇ ਮਾਨਯੋਗ ਅਦਾਲਤ ਨੇ ਵਕੀਲਾਂ ਨੂੰ ਵੀ ਕਟਹਿਰੇ 'ਚ ਖੜਾ ਕੀਤਾ, ਜੀ ਜੀ, ਕੇਂਦਰ ਨੂੰ ਵੀ ਕਟਹਿਰੇ 'ਚ ਖੜਾ ਕੀਤਾ ਜੀ। ਤੇ ਜਦੋਂ ਪੰਜਾਬ ਸਰਕਾਰ ਫੁੱਲਣ ਲੱਗੀ ਕਿ ਲੈ ਵੀ ਸਾਡੀ ਤਾਂ ਮਤਲਬ ਕਿ ਬਣ ਗਈ ਗੱਲ, ਤਾਂ ਉਸ ਸਮੇਂ ਥੋੜੀ ਜਿਹੀ ਹਵਾਈ ਨਾਦ ਵੀ ਕੱਢਤੀ। ਕਹਿੰਦੇ ਲੋਕਤੰਤਰਕ ਤੌਰ ਤੇ ਅਸੀਂ ਸਭ ਤੋਂ ਪੁਰਾਣੇ ਆ। ਠੀਕ ਹੈ ਜੀ। ਤੇ ਸਰਕਾਰਾਂ ਨੂੰ ਤੇ ਰਾਜਪਾਲਾਂ ਨੂੰ ਸਮਝ ਨਹੀਂ ਆਉਂਦੀ। ਇਹੋ ਜਿਹਾ ਮਸਲਾ ਕਹਿੰਦੇ ਪੰਜਾਬ 30 ਦਿਨ ਆ ਜਾਂਦਾ ਸਾਡੇ ਕੋਲ, ਇਹਨਾਂ ਨੂੰ ਪੁੱਛੋ ਕਿ ਤੁਹਾਨੂੰ ਰਾਜਪਾਲ ਨਾਲ ਬੈਠ ਕੇ ਮਸਲਾ ਨਿਬੇੜਨਾ ਵੀ ਨਹੀਂ ਆਉਂਦਾ। ਸੋ ਇਸ ਤਰ੍ਹਾਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਇੱਕ ਤਰ੍ਹਾਂ ਨਾਲ ਥੋੜੀ ਜੀ ਪੁਣਛਣ ਜੀ ਕੀਤੀ ਆ ਉਹਨਾਂ ਦੀ। ਅੱਛਾ। ਤੇ ਇੱਥੇ ਵਕੀਲ ਸਫਾਈ ਦੇਈ ਗਏ, ਸਰਕਾਰ ਵੱਲੋਂ ਵਕੀਲ ਪੇਸ਼ ਸੀਗੇ, ਮਨੂ ਸਿੰਘ ਵੀ ਹੈ ਨਾ, ਉਧਰੋਂ ਤੁਸ਼ਾਰ ਮਹਿਤਾ ਸੀ ਗਵਰਨਰ ਵੱਲੋਂ, ਰਾਜਪਾਲ ਵੱਲੋਂ। ਸੋ ਉਹਨਾਂ ਦੀ ਵੀ ਚੰਗੀ ਇੱਕ ਤਰ੍ਹਾਂ ਨਾਲ ਪੁਣਛਣ ਹੋਈ ਆ। ਸੋ ਪਰ ਨਾਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਤੇ ਵੀ ਸਵਾਲੀਆ ਚਿੰਨ੍ਹ ਲਾਇਆ। ਠੀਕ ਹੈ। ਮਾਨਯੋਗ ਸੁਪਰੀਮ ਕੋਰਟ ਨੇ ਪੁੱਛਿਆ ਕਿ ਤੁਸੀਂ ਜੀ ਬਜਟ ਸੈਸ਼ਨ ਬੁਲਾਇਆ, ਤੁਹਾਡਾ ਪੰਗਾ ਪਿਆ, ਤੁਸੀਂ ਕੋਰਟ ਆ ਗਏ, ਕੋਰਟ ਤੋਂ ਤੁਹਾਨੂੰ ਮਨਜ਼ੂਰੀ ਮਿਲ ਗਈ, ਉਸ ਤੋਂ ਬਾਅਦ ਤੁਸੀਂ ਅਣਮਿੱਥੇ ਸਮੇਂ ਲਈ ਚੱਕਤਾ, ਤੇ ਫਿਰ ਆ ਬਜਟ ਸੈਸ਼ਨ ਜੂਨ 'ਚ ਕਿੱਥੋਂ ਆ ਗਿਆ ਦੁਬਾਰਾ? ਹੁਣ ਬਜਟ ਸੈਸ਼ਨ ਕਿਵੇਂ ਆ ਗਿਆ? ਜਿਹੜੀ ਗੱਲ ਆਪਾਂ ਪ੍ਰਵੀਨ ਜੀ ਲਗਾਤਾਰ ਕਰਦੇ ਸੀ ਜੀ, ਚੇਚਾ ਹਵਾਲਾ ਦਿੱਤਾ ਮਾਨਯੋਗ ਅਦਾਲਤ ਨੇ। ਉਹ ਕਹਿੰਦੇ ਜੀ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਵੀ ਤੁਹਾਡਾ ਮਾਨਸੂਨ ਸੈਸ਼ਨ ਸੀ ਜਾਂ ਨਹੀਂ ਸੀ ਉਹ ਜਿਹੜਾ ਜੂਨ 'ਚ ਬੁਲਾਇਆ ਜੀ, ਤੁਸੀਂ ਵਿੱਚੇ ਰੋਲਤਾ। ਇਸ ਲਈ ਸਪੀਕਰ ਸਾਹਿਬ ਨੂੰ ਵੀ ਪੁੱਛਿਆ ਕਿ ਭਾਈ ਘੱਟੋ ਘੱਟ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ, ਤੁਸੀਂ ਤਾਂ ਸਹੀ ਤਰੀਕੇ ਨਾਲ ਚੱਲੋ। ਉਹਨਾਂ ਦੇ ਉੱਤੇ ਵੀ ਸਵਾਲ ਆਇਆ। ਸੋ ਇਸ ਲਈ ਇਹ ਸਾਰੇ ਪਹਿਲੂਆਂ ਦੇ ਉੱਤੇ ਬੇਸ਼ੱਕ ਹੁਣ ਉਹਨਾਂ ਨੇ ਸਮਾਂ ਮੰਗਿਆ, ਇਹਨਾਂ ਦੇ ਤੁਸ਼ਾਰ ਮਹਿਤਾ ਨੇ, ਕਿ ਜੀ ਅਸੀਂ ਅਗਲੀ ਵਾਰ ਲੈ ਕੇ ਆਵਾਂਗੇ ਜੀ ਜਾਣਕਾਰੀ, ਸਾਡੇ ਕੋਲ ਜਿਹੜੇ ਬਿੱਲ ਪਏ ਨੇ ਗਵਰਨਰ ਸਾਹਿਬ ਦਾ, ਕਿਉਂਕਿ ਜਿੱਦਾਂ ਹੀ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਸੀਗਾ ਤਦੇ ਗਵਰਨਰ ਸਾਹਿਬ ਨੇ 4 ਬਿੱਲਾਂ ਤੇ ਤਾਂ ਲਾਉਣੀ ਸ਼ੁਰੂ ਕਰਤੀ ਸੀ ਮੋਹਰ ਜੀ। ਸੋ ਇਸ ਲਈ ਬਾਕੀਆਂ ਤੇ ਵੀ ਹੁਣ ਕੋਈ ਨਾ ਕੋਈ ਕਾਰਵਾਈ, ਹਾਂ ਨਾ ਸਵਾਲ ਜੋ ਪਾਉਣਾ ਪਾ ਦੇਣਗੇ। ਪਰ ਇੱਕ ਵਾਰ ਪੰਜਾਬ ਦੇ ਰਾਜਪਾਲ ਦੇ ਹਵਾਲੇ ਨਾਲ ਸਮੁੱਚੇ ਰਾਜਪਾਲਾਂ ਦੀ ਝਾੜ ਝੰਬੀ ਹੋ ਗਈ ਆ, ਗਰਦ ਝਾੜ ਦਿੱਤੀ ਗਈ ਆ। ਉਹਨੂੰ ਦੱਸ ਦਿੱਤਾ ਗਿਆ ਕਿ ਭਾਈ ਤੁਸੀਂ ਜਿਹੜੇ ਸੂਬੇ ਚਲਾਏ ਜਾਂਦੇ ਉਸ ਸੂਬੇ ਦੇ ਹਿੱਤਾਂ ਲਈ, ਉਹਦੇ ਹੱਕਾਂ ਲਈ, ਉਹਦੇ ਕੰਮਾਂ 'ਚ ਉਹਦੇ ਲਈ ਸਹਾਈ ਹੋ, ਨਾ ਕਿ ਕੇਂਦਰ ਦੇ ਝੋਲੀ ਚੱਕ ਬਣੋ। ਇਸ ਤਰ੍ਹਾਂ ਰਾਜਪਾਲਾਂ ਨੂੰ ਸ਼ੀਸ਼ਾ ਵਿਖਾਇਆ ਮਾਨਯੋਗ ਅਦਾਲਤ। ਸ਼ਰਮਾ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ 2 ਚੀਜ਼ਾਂ ਇਹਦੇ 'ਚ ਹੋਰ ਐਡ ਆਨ ਕਰ ਦਿੰਦਾ। ਇੱਕ ਤਾਂ 1952 ਦੇ ਵਿੱਚ ਇਹ ਸਿਲਸਿਲਾ ਸ਼ੁਰੂ ਹੋ ਗਿਆ ਸੀਗਾ, ਜਦੋਂ ਆਪਾਂ ਜਾਣਦੇ ਹਾਂ ਸਰਕਾਰਾਂ ਡਿੱਗਣ ਦਾ, ਸਰਕਾਰਾਂ ਦੇ ਉੱਤੇ ਆਪ ਹੁਦਰੀਆਂ ਕਰਨ ਦੇ ਮਾਮਲੇ ਦੇ ਵਿੱਚ। ਇੱਕ ਵਾਰੀ ਤਾਂ ਜੇ ਇੱਥੇ ਰਾਜਪਾਲ ਇਹੋ ਜਿਹੇ ਵੀ ਦੇਖੇ ਨੇ ਕਿ ਮੁੱਖ ਮੰਤਰੀ ਹਾਰਟ ਸਰਜਰੀ ਕਰਵਾਉਣ ਜਾ ਰਿਹਾ ਤੇ ਪਿੱਛੋਂ ਸਰਕਾਰ ਹੀ ਬਦਲਤੀ। ਆਂਧਰਾ ਪ੍ਰਦੇਸ਼ ਦੀ ਘਟਨਾ, ਚੌਧਰੀ ਦੇਵੀ ਲਾਲ ਦੇ ਨਾਲ ਕੀ ਕੁਛ ਹੋਇਆ ਸੀ ਤੁਹਾਨੂੰ ਯਾਦ ਹੀ ਹੋਣਾ, 80-90 ਦੇ ਦਹਾਕੇ ਦੀਆਂ ਗੱਲਾਂ। ਸੋ ਇਹ ਇੱਕ ਵੇਲਾ ਇਹ ਵੀ ਮੇਰੇ ਖਿਆਲ ਦੇ ਵਿੱਚ ਸ਼ਰਮਾ ਜੀ ਆ ਗਿਆ ਵੀ
ਸੁਪਰੀਮ ਕੋਰਟ ਇਹ ਤੈਅ ਵੀ ਕਰ ਦੇਵੇ ਵੀ ਰਾਜਪਾਲਾਂ ਦੀ ਹੱਦ ਕਿੱਥੋਂ ਕੁ ਤੱਕ ਹੈ, ਕਿਉਂਕਿ ਤੁਸੀਂ ਇੱਕ ਨਹੀਂ, ਦਿਨ ਉਹ ਆਪਾਂ ਤੈਅ ਹੈ, ਹਾਂਜੀ ਹੱਦ ਤੈਅ ਹੈ, ਹੂੰ ਪਰ ਉਹ ਸੱਤਾ ਦਾ ਜ਼ੋਰ ਚੱਲਦਾ ਹੈ, ਕੇਂਦਰ ਦਾ ਜ਼ੋਰ ਚੱਲਦਾ ਹੈ, ਤੇ ਹੂੰ ਸੂਬਿਆਂ ਦੀਆਂ ਸਰਕਾਰਾਂ ਆਪਣੇ ਨਿੱਜੀ ਹਿੱਤਾਂ ਕਰਕੇ ਕਈ ਵਾਰ ਕੋੜਾ ਕੁੱਟ ਭਰ ਲੈਂਦੀਆਂ, ਕਿਉਂਕਿ ਕੇਂਦਰ ਨੇ ਹੱਥ ਅੱਡਣ ਲਾ ਲਈਆਂ ਸੂਬਿਆਂ ਦੀਆਂ ਸਰਕਾਰਾਂ। ਬਿਲਕੁਲ ਬਿਲਕੁਲ ਇਸ ਲਈ ਸਾਰਾ ਕੁਝ ਤੈਅ ਆ ਵੈਸੇ। ਤੇ ਸ਼ਰਮਾ ਜੀ 1 ਕਰੋੜ 1 ਰੁਪਈਆ ਤਨਖਾਹ ਲੈਣ ਵਾਲਾ ਕਹਿੰਦੇ 41 ਕਰੋੜ ਰੁਪਈਏ ਦੇ ਘਪਲੇ 'ਚ ਚੱਕਿਆ ਗਿਆ ਜੀ। ਦੇਖੋ, ਪੰਜਾਬ ਦੇ ਵਿੱਚ ਈਡੀ ਜਦੋਂ ਵੀ ਆਉਂਦੀ ਆ ਜੀ ਤਦ ਸਰਕਾਰ ਨੂੰ ਬਹੁਤ ਫਿਕਰ ਪੈਂਦੀ ਆ। ਵੈਸੇ ਤਾਂ ਇਸ ਮੌਕੇ ਆਮ ਆਦਮੀ ਪਾਰਟੀ ਦੇ ਲਈ ਈਡੀ ਇੱਕ ਵੱਡੀ ਮੁਸੀਬਤ ਬਣ ਗਈ ਆ। ਪਹਿਲਾਂ ਉਹਨਾਂ ਦੇ ਸਤਿੰਦਰ ਜੈਨ ਚੱਕਿਆ, ਫਿਰ ਉਹਨਾਂ ਦਾ ਮਨੀਸ਼ ਸਿਸੋਦੀਆ ਚੱਕਿਆ ਗਿਆ, ਫਿਰ ਸੰਜੇ ਸਿੰਘ ਚੱਕਿਆ ਗਿਆ, ਤੇ ਹੁਣ ਕੇਜਰੀਵਾਲ ਤੇ ਤਲਵਾਰ ਲਟਕਦੀ ਆ। ਤੇ ਉਧਰ ਕੇਜਰੀਵਾਲ ਆਪਣੀ ਥਾਂ ਤੇ ਬਦਲਵਾਂ ਮੁੱਖ ਮੰਤਰੀ ਲੱਭ ਰਹੇ ਨੇ, ਅੱਛਾ, ਤੇ ਪਾਰਟੀ ਦੇ ਲੀਡਰ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਾਡੀ ਤਾਂ ਵਾਰੀ ਨਹੀਂ ਆਉਣੀ, ਅਸੀਂ ਨਹੀਂ ਬਣਨਾ, ਉਹ ਹਵਾ ਛਕਾਉਣ ਤੇ ਲੱਗੇ ਨੇ ਕਿ ਨਹੀਂ ਜਨਾਬ, ਚਾਹੇ ਜੇਲ੍ਹ 'ਚ ਰਹੋ, ਤੁਸੀਂ ਹੋ ਰਹੋ ਮੁੱਖ ਮੰਤਰੀ ਜੀ। ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਨਹੀਂ ਬਣਦੇ ਤਾਂ ਕੋਈ ਹੋਰ ਨਾ ਬਣੇ। ਸੋ ਇਸ ਲਈ ਇਸ ਹਵਾਲੇ ਨਾਲ ਵੀ, ਕਿਉਂਕਿ ਲੰਘੇ ਕੱਲ ਹੀ ਪਤਾ ਲੱਗਿਆ ਕਿ ਬਕਾਇਦਾ ਮੀਟਿੰਗ ਕਰਕੇ ਸਲਾਹ ਮਸ਼ਵਰਾ ਲਿਆ ਜਾਂ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ਕੇਜਰੀਵਾਲ ਨੇ। ਪਰ ਇਹ ਸਭ ਦੇ ਦਰਮਿਆਨ ਪੰਜਾਬ ਦੀ ਖਬਰ ਕਾਫੀ ਚਰਚਾ 'ਚ ਆ ਗਈ ਜਦੋਂ ਈਡੀ ਪੰਜਾਬ ਆਈ। ਪਹਿਲੀ ਗੱਲ ਤਾਂ ਜੀ, ਪੰਜਾਬ ਦੇ ਵਿੱਚ ਈਡੀ ਦੀ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਦੂਜੀ ਕਾਰਵਾਈ ਹੈ ਜੀ। ਇਸ ਦੂਜੀ ਕਾਰਵਾਈ ਦੇ ਦੌਰਾਨ ਈਡੀ ਦਾ ਮਾਮਲਾ ਵੱਖਰਾ ਹੈ। ਪਹਿਲਾ ਛਾਪਾ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸਭ ਤੋਂ ਅਮੀਰ ਐਮਐਲਏ ਕੁਲਵੰਤ ਸਿੰਘ ਤੇ ਮੋਹਾਲੀ 'ਚ ਪਿਆ ਸੀ। ਠੀਕ ਹੈ। ਔਰ ਮੋਹਾਲੀ ਦੇ ਨਾਲ ਉਹਦੇ ਬਾਕੀ ਟਿਕਾਣਿਆਂ ਤੇ ਵੀ ਛਾਪੇਮਾਰੀ ਹੋਈ ਸੀ, ਤੇ ਉਹ ਮਾਮਲਾ ਕਿਤੇ ਨਾ ਕਿਤੇ ਸ਼ਰਾਬ ਕਾਰੋਬਾਰ ਨਾਲ, ਦਿੱਲੀ ਦੀ ਐਕਸਾਈਜ਼ ਪਾਲਿਸੀ ਨਾਲ ਜੁੜਦਾ ਲੱਗ ਰਿਹਾ ਸੀ, ਉਹਦੇ ਨਾਲ ਸੰਬੰਧ ਰੱਖਦਾ ਲੱਗ ਰਿਹਾ ਸੀ। ਪਰ ਅੱਜ ਦੀ ਤਰੀਕ ਦੇ ਵਿੱਚ ਜੋ ਮਾਮਲਾ ਸਾਹਮਣੇ ਆ ਰਿਹਾ, ਇਹ ਗੱਜਣ ਮਾਜਰੇ ਦਾ ਇੱਕ ਪੁਰਾਣਾ ਮਾਮਲਾ ਹੈ, ਉਹਦੇ ਭਰਾਵਾਂ ਦਾ ਪੁਰਾਣਾ ਮਾਮਲਾ ਹੈ। ਇਹ ਬੈਂਕ ਤੋਂ ਲੋਨ ਲੈ ਕੇ ਮੁੱਕਰਨ ਵਾਲੇ ਮਾਮਲੇ ਨੇ, ਲੋਨ ਸਹੀ ਅਦਾ ਨਾ ਕਰਨ ਵਾਲੇ ਮਾਮਲੇ ਨੇ, ਜਾਂ ਲੋਨ ਜਿਹੜੇ ਕੰਮ ਲਈ ਲਿਆ ਉਸ ਕੰਮ ਲਈ ਨਾ ਵਰਤਣਾ ਤੇ ਸਮੇਂ ਸਿਰ ਨਾ ਮੋੜਨਾ, ਉਹਦੇ ਮਾਮਲੇ ਨੇ। ਠੀਕ ਹੈ। ਪਰ ਗੱਜਣ ਸਿੰਘ ਹੋਰੀ ਤਾਂ ਉਹ ਐਮਐਲਏ ਨੇ ਜਿਨ੍ਹਾਂ ਨੇ ਸਰਕਾਰ ਬਣਦਿਆਂ ਹੀ ਕਹਿਤਾ ਸੀ ਕਿ 1 ਰੁਪਈਆ ਤਨਖਾਹ ਲਿਆ ਕਰੂੰਗਾ, ਆਹ ਚੱਕੋ ਮੇਰਾ ਐਫੀਡੈਵਿਟ, ਆਹ ਚੱਕੋ ਮੇਰਾ ਸੁਨੇਹਾ। ਤੇ ਉਹ 1 ਰੁਪਈਆ ਤਨਖਾਹ ਲੈਣ ਵਾਲਾ 41 ਕਰੋੜ ਦੇ ਘਪਲੇ 'ਚ ਪੁਲਿਸ ਚੱਕ ਲਵੇ ਤਾਂ ਸਵਾਲ ਤਾਂ ਹੋਣਗੇ ਫਿਰ। ਹਾਂਜੀ, ਬੇਸ਼ੱਕ ਗੱਜਣ ਮਾਜਰਾ ਕਹਿੰਦਾ ਕਿ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ ਜੀ, ਇਸ ਕੰਪਨੀ ਨਾਲ, ਹੁਣ ਮੈਂ ਇਹਨਾਂ ਤੋਂ ਬਾਹਰ ਆਂ ਜੀ, ਇਹਨਾਂ ਨਾਲ ਮੇਰਾ ਕੋਈ ਲੈਣ ਦੇਣ ਨਹੀਂ। ਪਰ ਉਹ ਕੰਪਨੀਆਂ ਇੰਨੀਆਂ, ਫਰਮਾਂ ਇੰਨੀਆਂ, ਘਪਲਾ ਇੰਨਾ, ਕਰੋੜਾਂ ਰੁਪਏ ਦਾ ਲੈਣ ਦੇਣ ਇੰਨਾ ਕਿ ਉਹ 'ਚ ਗੱਜਣ ਮਾਜਰੇ ਦਾ ਨਿਕਲਣਾ ਮੁਸ਼ਕਲ ਹੈ। ਓ ਅੱਛਾ। ਇਹ ਹੁਣ ਅਦਾਲਤ ਜਾ ਕੇ ਦੱਸੂਗਾ ਕਿ ਮੈਂ ਚੋਂ ਹਿੱਸਾ ਲਿਆ ਨਹੀਂ ਲਿਆ, ਮੈਂ ਚੋਂ ਪੈਸਾ ਕਢਾਉਣਾ ਨਹੀਂ ਕਢਾਉਣਾ। ਫਿਲਹਾਲ ਉਹਦੇ ਭਰਾ, ਭਤੀਜਾ ਤੇ ਉਹ ਖੁਦ ਇਸ ਮਾਮਲੇ 'ਚ 40 ਕਰੋੜ 90 ਲੱਖ ਰੁਪਈਆ, ਲਗਭਗ 41 ਕਰੋੜ ਦਾ ਇਹ ਮਾਮਲਾ, ਜਿਹਦੇ 'ਚ ਗੱਜਣ ਮਾਜਰਾ ਫਸੇ ਨੇ। ਵੈਸੇ ਇੱਕ ਹੋਰ ਪਹਿਲੂ ਵੀ ਹੈਗਾ ਕਿ ਪੰਜਾਬ 'ਚ ਉਹ ਕੱਲ ਵਿਕਰਮ ਮਜੀਠੀਆ ਕਹਿ ਰਿਹਾ ਸੀ ਕਿ ਲਓ ਜੀ, ਆਪ ਇਮਾਨਦਾਰ ਆਪ ਦੀ ਇੱਕ ਹੋਰ ਵਿਕਟ ਡਿੱਗੀ। ਠੀਕ ਹੈ ਜੀ। ਸੋ ਜਿਹੜੀਆਂ ਉਹ ਵਿਕਟਾਂ ਦੀ ਗੱਲ ਕਰ ਰਹੇ ਸੀ, ਮੈਨੂੰ ਲੱਗਦਾ ਉਹ ਵਿੱਚੇ ਪੰਜਾਬ ਸਰਕਾਰ ਦੀ ਜਾਂ ਵਿਜੀਲੈਂਸ ਵਾਲੀ ਵਿਕਟਾਂ ਦੀ ਵੀ ਮਤਲਬ ਜਾਣਕਾਰੀ ਲੈ ਗਏ, ਉਹਨਾਂ ਦਾ ਵੀ ਹਿਸਾਬ ਕਿਤਾਬ ਨਾਲੇ ਕਰ ਗਏ। ਕਿਉਂਕਿ ਇਹਦੇ ਵਿੱਚ ਬਕਾਇਦਾ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਉਹ ਵਿਜੇ ਸਿੰਗਲਾ ਸਭ ਤੋਂ ਪਹਿਲਾਂ ਕਰਦੇ ਨੇ, ਤੇ ਉਸ ਮਾਮਲੇ ਦੇ ਵਿੱਚ ਵੀ ਕਿਤੇ ਨਾ ਕਿਤੇ ਐਕਸ਼ਨ ਹੁੰਦਾ। ਫਿਰ ਉਸ ਤੋਂ ਬਾਅਦ ਦੂਸਰੇ ਇਹਨਾਂ ਦੇ ਐਮਐਲਏ, ਮਤਲਬ ਕਿ ਸਰਾਰੀਅਰ ਦਾ ਮਾਮਲਾ ਆ ਜਾਂਦਾ, ਮੰਤਰੀ ਦਾ। ਫਿਰ ਇਹਨਾਂ ਦਾ ਅਮਿਤ ਰਤਨ ਦਾ ਮਾਮਲਾ ਆ ਜਾਂਦਾ। ਸੋ ਇਹ ਤਿੰਨੇ ਚਾਰੇ ਮਾਮਲੇ ਵੀ ਉਸੇ ਤਰ੍ਹਾਂ ਦੇ ਮਾਮਲੇ ਨੇ ਜਿਹੋ ਜਿਹੇ ਪਹਿਲੇ ਮਾਮਲੇ ਹੁੰਦੇ ਰਹੇ ਨੇ। ਇਹ ਵੀ ਮਾਮਲੇ ਕਿਤੇ ਨਾ ਕਿਤੇ ਪੈਸੇ ਦਾ ਲੈਣ ਦੇਣ, ਕਮਿਸ਼ਨ ਦਾ ਲੈਣ ਦੇਣ, ਰਿਸ਼ਵਤਖੋਰੀ, ਇਹ ਉਹ ਸਾਰੇ ਮਾਮਲੇ। ਪਰ ਇਹਨਾਂ ਤੇ ਸਰਕਾਰ ਨੇ ਉਵੇਂ ਕਾਰਵਾਈ ਨਹੀਂ ਕੀਤੀ ਜਿਵੇਂ ਸਰਕਾਰ ਕਹਿੰਦੀ ਆ ਅਸੀਂ ਇਮਾਨਦਾਰੀ ਦੇ ਹੱਕ 'ਚ ਖੜੇ ਆ। ਉਵੇਂ ਐਕਸ਼ਨ ਨਹੀਂ ਕੋਈ ਦਿਖਿਆ, ਨਾ ਕਿਸੇ ਤੋਂ ਐਮਐਲਏਸ਼ਿਪ ਵਾਪਸ ਲਈ ਆ। ਮੰਤਰੀ ਉਹਦੇ ਲੈ ਲਏ, ਉਹ ਤਾਂ ਚਲੋ ਠੀਕ ਹੈ, ਇੱਕ ਕਰਨਾ ਸੀਗਾ, ਪਰ ਐਮਐਲਏਸ਼ਿਪ ਤਾਂ ਵਾਪਸ ਨਹੀਂ ਲਈ, ਔਰ ਮੰਤਰੀ ਵੀ ਕਿਵੇਂ ਹਟਾਏ ਨੇ ਸਭ ਨੂੰ ਪਤਾ। ਪਰ ਹੁਣ ਜਦੋਂ ਮਨੀ ਲਾਂਡਰਿੰਗ ਦੇ ਮਾਮਲੇ 'ਚ ਪਹਿਲਾਂ ਕੁਲਵੰਤ ਤੇ ਛਾਪਾ ਪੈਂਦਾ, ਤੇ ਉਸ ਤੋਂ ਬਾਅਦ ਹੁਣ ਇਸ ਕੱਪੜਿਆਂ ਦੇ ਮਾਮਲੇ ਦੇ ਵਿੱਚ ਇਹਨਾਂ ਪਰ ਛਾਪਾ ਪੈਂਦਾ, ਤਾਂ ਉਸ ਮਾਮਲੇ ਦੇ ਵਿੱਚ ਕੋਈ ਉਹ ਨਹੀਂਗਾ ਕਿ ਹਾਂ ਇਹ ਕਿਤੇ ਏਦਾਂ ਬਖਸ਼ਿਆ ਜਾਣਗੇ। ਪਰ ਤੁਸੀਂ ਇੱਕ ਕਮਾਲ ਦੇਖੋ ਕਿ ਜਦੋਂ ਵੀ ਵਿਜੀਲੈਂਸ ਕਾਂਗਰਸੀਆਂ ਤੇ ਜਾਂ ਅਕਾਲੀਆਂ ਤੇ ਕੋਈ ਕਾਰਵਾਈ ਕਰਦੀ ਆ, ਹਾਂਜੀ, ਔਰ ਉਹ ਕਾਰਵਾਈ ਦੇ ਵਿੱਚ ਪੰਜਾਬ ਦੇ ਲੋਕ ਵੀ ਸੋਚਦੇ ਆ ਕਿ ਇਹਨਾਂ ਤੋਂ ਪੁੱਛਗਿੱਛ ਹੋਣੀ ਚਾਹੀਦੀ ਆ, ਅਕਾਲੀ ਕਾਂਗਰਸੀਆਂ ਤੋਂ ਹਿਸਾਬ ਲਿਆ ਜਾਣਾ ਚਾਹੀਦਾ ਹੈ, ਤਾਂ ਵੀ ਉਹਨਾਂ ਦੇ ਨਾਲ ਉਹਨਾਂ ਦੇ ਚਹੇਤੇ, ਵਰਕਰ, ਭਾਈ, ਭਤੀਜੇ ਇਕੱਠੇ ਹੋ ਜਾਂਦੇ।
ਪਰ ਜਦੋਂ ਈਡੀ ਆਉਂਦੀ ਆ ਕਾਰਵਾਈ ਕਰਨ ਪੰਜਾਬ 'ਚ ਔਰ ਖੜਦਾ ਹੀ ਕੋਈ ਆਪ ਨਹੀਂ। ਸਰਕਾਰ ਦੇ ਨੁਮਾਇੰਦਿਆਂ ਤੇ ਕਾਰਵਾਈ ਕਰਨ ਆਉਂਦੀ ਆ ਹੂੰ ਤਾਂ ਆਪ ਦੇ ਵਰਕਰ ਇਕੱਠੇ ਨਹੀਂ ਹੁੰਦੇ, ਜੀ ਆਪ ਦੇ ਲੀਡਰ ਜਾਂਦੇ ਨੀ ਗੇ। ਅੱਛਾ ਕੁਝ ਦੇਰ ਪਹਿਲਾਂ ਚਰਚਾ ਰਹੀ ਕਿ ਕਾਂਗਰਸ ਤਾਂ ਸਰਗਰਮ ਹੋਈ ਜਾਂਦੀ ਆ, ਮਨਪ੍ਰੀਤ ਬਾਦਲ ਚੁੱਪ ਨੇ। ਹੂੰ ਫਿਰ ਮਨਪ੍ਰੀਤ ਬਾਦਲ ਚਲੇ ਗਏ ਬੀਜੇਪੀ 'ਚ ਤੇ ਤਾਂ ਵੀ ਠੰਡੇ ਬਸਤੇ 'ਚ ਰਹੇ ਮਨਪ੍ਰੀਤ ਬਾਦਲ। ਕਹਿੰਦੇ ਜੀ ਮਨਪ੍ਰੀਤ ਬਾਦਲ ਇਸ ਲਈ ਚੁੱਪ ਰਹਿੰਦੇ ਨੇ ਕਿ ਜੀ ਕਹਿੰਦੇ ਜੀ ਉਹ ਕਹਿੰਦੇ ਨੇ ਕਿ ਮੈਂ ਕਿਤੇ ਚੇਤੇ ਨਾ ਆਜਮਾ ਏਜੰਸੀਆਂ ਨੂੰ, ਉਹ ਅੱਛਾ ਮੈਂ ਕਿਤੇ ਦਿਖ ਨਾ ਜਾਵਾਂ। ਉਸੇ ਤਰ੍ਹਾਂ ਅੱਜ ਕੱਲ ਚਰਚਾ ਹੈ ਕਿ ਜਦੋਂ ਈਡੀ ਪੰਜਾਬ ਆ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਫਿਕਰ ਪੈ ਜਾਂਦਾ ਕਿਤੇ ਅਸੀਂ ਨਾ ਦਿਖ ਜਾਈਏ, ਅਸੀਂ ਨਾ ਯਾਦ ਆ ਜਾਈਏ, ਸਾਡਾ ਚਿਹਰਾ ਨਾ ਦਿਖ ਜਾਵੇ। ਇਸ ਲਈ ਕਹਿੰਦੇ ਕਿ ਈਡੀ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਖਾਸ ਕਰ ਲੀਡਰ ਪਿੱਛੇ ਰਹਿਣ ਦੇ ਇਸ ਲਈ ਆਦੀ ਨੇ ਕਿ ਉਹਨਾਂ ਨੂੰ ਲੱਗਦਾ ਕਿ ਅਗਲਾ ਨੰਬਰ ਸਾਡਾ ਵੀ ਆਉਣਾ, ਕਿਉਂਕਿ ਬੇਸ਼ੱਕ ਗੱਜਣ ਮਾਜਰੇ ਦਾ ਮਾਮਲਾ ਬੈਂਕ ਨਾਲ ਸੰਬੰਧਿਤ ਆ, ਪਰ ਦਿੱਲੀ ਐਕਸਾਈਜ਼ ਵਾਲਾ ਸੇਕ ਪੰਜਾਬ ਪਹੁੰਚਣਾ ਸ਼ੁਰੂ ਹੋ ਗਿਆ ਤੇ ਉਹਦੇ ਵਿੱਚ ਕਈਆਂ ਨੇ ਕਰਨਾ ਜੇ। ਸੋ ਇਸ ਲਈ ਈਡੀ ਦੇ ਨਾਂ ਤੋਂ ਆਪ ਨੂੰ ਖਾਸਾ ਡਰ ਲੱਗ ਰਿਹਾ। ਸੱਚਾਈ ਕੀ ਹੈ ਇਹ ਅਦਾਲਤਾਂ 'ਚ ਜਾ ਕੇ ਪਤਾ ਲੱਗੂਗਾ ਜੀ। ਹਾਂ ਬਿਲਕੁਲ, ਡਰ ਤਾਂ ਫਿਰ ਲੱਗਣਾ ਹੀ ਹੈ ਜਦੋਂ ਈਡੀ ਨੇ ਤਾਂ ਦੂਜਾ, ਮੇਰੇ ਖਿਆਲ ਦੂਜੇ ਵਿਧਾਇਕ ਨੇ ਸ਼ਰਮਾ ਜੀ ਮੋਹਾਲੀ ਵਾਲੇ ਕੁਲਵੰਤ ਸਿੰਘ ਤੋਂ ਬਾਅਦ। ਬਿਲਕੁਲ 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 ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਦੂਜੀ ਨੇ ਤੇ ਉੱਥੇ ਦਿੱਲੀ ਦੇ ਹਿਸਾਬ ਨਾਲ ਦੇਖੀ ਤਾਂ ਸਿਸੋਦੀਆ ਤੇ ਸੰਜੇ ਸਿੰਘ ਤੇ ਇੱਕ ਦੋ ਹੋਰ ਨੇ ਇਹਨਾਂ ਦੇ, ਤੇ ਉਦੋਂ ਬਾਅਦ ਸੁਪਰੀਮੋ ਨੂੰ ਸੱਦਿਆ ਹੋਇਆ। ਈਡੀ ਨੇ ਤਾਂ ਖਾਸਾ ਘੇਰਾ ਪਾਇਆ ਹੋਇਆ ਆਮ ਆਦਮੀ ਪਾਰਟੀ। ਬਿਲਕੁਲ ਜੀ ਜੀ। ਤੇ ਪੰਜਾਬ ਸਰਕਾਰ ਦੀ ਕਹਿੰਦੇ ਜਿਹੜੀ ਧਾਰਮਿਕ ਯਾਤਰਾ, ਉਹ ਧਾਰਮਿਕ ਯਾਤਰਾ ਜਾਂ ਵੋਟ ਯਾਤਰਾ ਸ਼ਰਮਾ ਜੀ? ਪ੍ਰਵੀਨ ਜੀ, ਸਰਕਾਰਾਂ ਵਾਂਗ ਕਦੋਂ ਕੰਮ ਕਰਦੀਆਂ? ਅੱਜ ਕੱਲ ਸਰਕਾਰਾਂ ਪਾਰਟੀਆਂ ਵਾਂਗ ਹੀ ਕੰਮ ਕਰਦੀਆਂ। ਉਹ ਚਾਹੇ ਕੇਂਦਰ ਦੀ ਸੱਤਾਧਾਰੀ ਧਿਰ ਹੋਵੇ ਤੇ ਚਾਹੇ ਸੂਬਿਆਂ ਦੀਆਂ ਸਰਕਾਰਾਂ ਹੋਣ। ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਦੇ ਵਿੱਚ ਪੰਜਾਬ ਦੇ ਬਜ਼ੁਰਗਾਂ ਦੇ ਹਵਾਲੇ ਨਾਲ ਇੱਕ ਲੋਕ ਭਲਾਊ ਯੋਜਨਾ ਜਾਂ ਮਤਲਬ ਇਹ ਕਹਿ ਲਈਏ ਕਿ ਪੁੰਨ ਖੱਟਣ ਵਾਲੀ ਯੋਜਨਾ ਨੂੰ ਅਮਲੀਜਾਮਾ ਅਪਣਾਇਆ ਗਿਆ ਕਿ ਅਸੀਂ ਪੰਜਾਬ ਦੇ ਬਜ਼ੁਰਗਾਂ ਨੂੰ ਧਾਰਮਿਕ ਯਾਤਰਾਵਾਂ ਕਰਾਵਾਂਗੇ। ਔਰ ਉਹ ਇੱਕ ਸਾਰ ਰੱਖਿਆ ਕਿ ਅਸੀਂ ਕੋਈ ਵਿਤਕਰਾ ਨਹੀਂ ਕਰਦੇ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਕਿਸੇ ਪੀਰ ਪੈਗੰਬਰ ਨੂੰ ਮੰਨਦਾ, ਚਾਹੇ ਕਿਸੇ ਗੁਰੂ ਨੂੰ ਮੰਨਦਾ, ਚਾਹੇ ਕਿਸੇ ਸਾਧੂ ਮਹਾਤਮਾ ਸੰਤਾਂ ਮਹਾਂਪੁਰਸ਼ਾਂ ਨੂੰ ਮੰਨਦਾ ਹੈ ਨਾ। ਸੋ ਚਾਹੇ ਰਿਸ਼ੀਆਂ ਮੁਨੀਆਂ ਨੂੰ ਮੰਨਦਾ, ਜਿਹੜਾ ਵੀ ਜਿੱਥੇ ਮੰਨਦਾ ਉਹਨੂੰ ਲੈ ਕੇ ਜਾਵਾਂਗੇ ਉੱਥੇ। ਉਹਦੇ ਲਈ ਇੱਕ ਰੂਪ ਰੇਖਾ ਲਿਖੀ ਹੈ ਤੇ 40 ਕਰੋੜ ਰੁਪਈਆ ਇਸ ਕੰਮ ਲਈ ਰੱਖ ਲਿਆ। 40 ਕਰੋੜ ਰੁਪਈਏ ਦਾ ਬਜਟ ਲਗਭਗ ਪਾਸ ਹੋ ਗਿਆ। ਬਸ ਤਜਵੀਜ਼ ਬਣਾਉਣੀ ਰਹਿੰਦੀ ਹੈ ਕਿ ਇਹਦੀ ਰੂਪ ਰੇਖਾ ਕੀ ਹੋਊਗੀ। ਉਹਦੇ ਲਈ ਅਮਨ ਅਰੋੜੇ ਦੀ ਅਗਵਾਈ 'ਚ ਕਮੇਟੀ ਬਣਾਤੀ। ਅਮਨ ਅਰੋੜੇ ਨੇ ਦੇਖਣਾ। ਹਾਂ, ਇਹਦੇ ਵਿੱਚ ਬਕਾਇਦਾ ਤੌਰ ਤੇ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਸਾਹਿਬ ਵਿਖੇ ਇਸੇ ਤਰ੍ਹਾਂ ਮਤਲਬ ਕਿ ਜੇਕਰ ਆਪਾਂ ਕਹੀਏ ਤਾਂ ਵੱਖ-ਵੱਖ ਧਰਮਾਂ ਦੇ ਉੱਤੇ ਪਟਨਾ ਸਾਹਿਬ ਉੱਥੇ ਲਿਜਾਣ ਦੀ, ਫਿਰ ਵਾਰਾਣਸੀ, ਅਯੋਧਿਆ ਹੈ ਨਾ, ਵਰਿੰਦਾਵਨ ਧਾਮ, ਅਜਮੇਰ ਸ਼ਰੀਫ ਹੈ ਨਾ, ਫਿਰ ਇਸੇ ਤਰ੍ਹਾਂ ਸਾਲਾਸਰ ਧਾਮ, ਇਸੇ ਤਰ੍ਹਾਂ ਜਵਾਲਾ ਜੀ, ਚਿੰਤਪੁਰਨੀ, ਨੈਣਾ ਦੇਵੀ ਹੈ ਨਾ, ਵੈਸ਼ਨੂ ਦੇਵੀ, ਇਹ ਸਾਰੇ ਮਤਲਬ ਜਿੰਨੇ ਵੀ ਧਾਮ ਹੈਗੇ ਉਹਨਾਂ ਸਾਰੇ ਥਾਵਾਂ ਤੇ ਜਿੱਥੋਂ ਵੀ ਕਿਤੇ ਇਹਨਾਂ ਨੂੰ ਲੱਗੇ ਕਿ ਉੱਥੇ ਅਸੀਂ ਲੈ ਕੇ ਜਾਵਾਂਗੇ, ਸਾਰੇ ਥਾਵਾਂ ਤੇ ਇਹਨਾਂ ਦੀ ਲਿਜਾਣ ਦੀ ਯੋਜਨਾ ਕਿ ਇਹਦੇ ਲਈ ਕੋਈ ਇਹੋ ਜਿਹਾ ਸਥਾਨ ਛੱਡੀਏ ਨਾ ਜਿੱਥੇ ਨਾਲ ਸਾਡਾ ਵੋਟ ਬੈਂਕ ਵੀ ਨਾਲ ਜੁੜਦਾ ਰਹੇ ਤੇ ਲੋਕਾਂ ਦੀ ਧਾਰਮਿਕ ਯਾਤਰਾ ਵਿੱਚ। ਪ੍ਰਵੀਨ ਜੀ, ਇਹ ਕੋਈ ਪਹਿਲਾ ਪ੍ਰੋਗਰਾਮ ਨਹੀਂ ਆ। ਇਹੋ ਜਿਹੀਆਂ ਯੋਜਨਾਵਾਂ ਪਹਿਲਾਂ ਵੀ ਵੱਖ-ਵੱਖ ਸੂਬਿਆਂ 'ਚ ਦੇਖਣ ਨੂੰ ਮਿਲੀਆਂ ਔਰ ਪੰਜਾਬ 'ਚ ਅਕਾਲੀ ਬੀਜੇਪੀ ਦੇ ਸਮੇਂ ਪਹਿਲਾਂ ਲਾਗੂ ਹੋ ਚੁੱਕੀ ਹੈ। ਅਕਾਲੀਆਂ ਨੇ ਇਹ ਯੋਜਨਾ ਲਿਆਂਦੀ ਸੀ ਔਰ ਉਸ ਸਮੇਂ ਕਈ ਯਾਤਰਾਵਾਂ ਕਰਾਈਆਂ ਸੀ। ਇਸ ਲਈ ਇਸ ਯੋਜਨਾ ਦਾ ਸਿੱਧਾ ਵਿਰੋਧੀ ਦਲ ਵਿਰੋਧ ਨਹੀਂ ਕਰ ਸਕਦੇ। ਬਿਲਕੁਲ ਯੋਜਨਾ ਤੇ ਸਿੱਧੀ ਉਂਗਲੀ ਨਹੀਂ ਕਰ ਸਕਦੇ ਕਿਉਂਕਿ ਧਰਮ ਦਾ ਮਸਲਾ ਵੀ ਹੈ, ਸ਼ਰਧਾ ਦਾ ਮਸਲਾ ਵੀ। ਹਾਂ, ਇਹ ਯੋਜਨਾ ਦਿੱਲੀ 'ਚ ਵੀ ਕੇਜਰੀਵਾਲ ਦੀ ਸਰਕਾਰ ਨੇ ਵੀ ਲਾਗੂ ਕੀਤੀ ਹੈ। ਇਹ ਯੋਜਨਾ ਅੱਜ ਵੀ ਰਾਜਸਥਾਨ ਤੇ ਮੱਧ ਪ੍ਰਦੇਸ਼ ਵਰਗੇ ਥਾਵਾਂ ਤੇ ਚੱਲਦੀ ਹੈ। ਅੱਛਾ। ਸੋ ਉਸੇ ਕੜੀ ਦੇ ਵਿੱਚ ਅੱਜ ਪੰਜਾਬ 'ਚ ਹੈ। ਹੁਣ ਸਵਾਲ ਇੱਥੇ ਆਉਣਾ ਕਿ ਜਦੋਂ ਬਿਜਲੀ ਵਾਲਾ ਮਾਮਲਾ ਹੈ ਤਾਂ ਬਿਜਲੀ ਵਾਲੇ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ ਦੀ ਬਹਿਸ ਦੇ ਦੌਰਾਨ ਸਾਹਮਣੇ ਬੈਠੇ ਮੁਖੀ ਨੂੰ, ਪਾਵਰਕਾਮ ਦੇ ਨੂੰ ਪੁੱਛਿਆ ਸੀਗਾ ਕਿ ਦੋਸਤੋ ਜੀ ਤੁਹਾਨੂੰ ਸਬਸਿਡੀ ਦੇ ਪੈਸੇ ਮਿਲਦੇ ਆ ਨਾ? ਪਹਿਲਾਂ ਤਾਂ ਮਿਲਦੇ ਨਹੀਂ ਸੀ, ਅਸੀਂ ਪੂਰੇ ਦਿੱਤੇ, ਅਸੀਂ ਪਿਛਲੇ ਵਾਲਾ ਵੀ ਦੇ ਰਹੇ ਆ ਨਾ, ਤੇ ਫਿਰ ਕੀ ਹੈ ਜੇ ਅਸੀਂ ਮੁਫਤ ਦਿੰਦੇ ਆ? ਨਾਲ ਇਹ ਨਹੀਂ ਦੱਸਿਆ ਕਿ ਅਸੀਂ ਸਬਸਿਡੀ ਦੇਣ ਦੇ ਲਈ ਕਿੰਨਾ ਕਰਜ਼ਾ ਚੁੱਕਦੇ ਆ। ਜੀ ਪ੍ਰਵੀਨ ਜੀ, ਪੰਜਾਬ ਦੇ ਜਿਹੜੇ ਘਰ 'ਚ ਰੁਜ਼ਗਾਰ ਨਹੀਂ ਹੈਗਾ ਜੀ, ਜਿਹੜੇ ਘਰ 'ਚ ਕਮਾਊ ਪੁੱਤ ਨਹੀਂ ਹੈਗਾ, ਜਿਹੜੇ ਘਰ ਦੇ ਵਿੱਚ ਸਮਰੱਥਾ ਜੋਗਾ, ਘਰ ਚਲਾਉਣ ਜੋਗਾ ਆਮਦਨ ਨਹੀਂ ਆਉਂਦੀ, ਉਸ ਘਰ ਨੂੰ ਬਿਜਲੀ ਮੁਫਤ ਮਿਲ ਜਾਵੇ ਤਾਂ ਕੋਈ ਹਰਜ ਨਹੀਂ। ਬਿਲਕੁਲ ਸਹੀ। ਜਿਹੜੇ ਘਰਾਂ 'ਚ ਮਹੀਨੇ 'ਚ ਲੱਖ ਤੋਂ 2-2 ਲੱਖ 3-3 ਲੱਖ ਡਿੱਗਦਾ ਤੇ ਇਹਦੇ ਉੱਪਰ ਵੀ ਡਿੱਗਦਾ,
ਉਹਨਾਂ ਘਰਾਂ ਨੂੰ ਬਿਜਲੀ ਮੁਫਤ ਮਿਲੇ ਤਾਂ ਇਹ ਪੰਜਾਬ ਤੇ ਬੋਝ ਨਹੀਂ ਤਾਂ ਹੋਰ ਕੀ ਆ। ਬਿਲਕੁਲ ਸਹੀ ਹੈ। ਜਿਹੜੇ ਨੀਲੇ ਕਾਰਡ ਬਣਨੇ ਚਾਹੀਦੇ ਸੀ ਉਹਨਾਂ ਦੇ ਬਣੇ ਨਹੀਂ, ਹੂੰ ਤੇ ਜਿਹੜੇ ਸਰਕਾਰਾਂ ਦੇ ਪਸੰਦਾ ਸੀ ਬਾਦਲਾਂ ਦੇ ਅਕਾਲੀਆਂ ਦੇ ਉਹਨਾਂ ਦੇ ਨੀਲੇ ਕਾਰਡ ਬਣੇ ਤੇ ਬਾਅਦ ਚੋਂ ਕੀ ਵੀਡੀਓ ਬਣਾ ਕੇ ਲੋਕਾਂ ਨੇ ਫਿਰ ਚਿਹਰੇ ਸਾਹਮਣੇ ਲਿਆਂਦੇ, ਇਹ ਉਹਦਾ ਘਾਟਾ ਪੰਜਾਬ ਨੂੰ ਪੈਂਦਾ। ਉਸੇ ਤਰ੍ਹਾਂ ਇਸ ਯੋਜਨਾ ਦੇ ਉੱਤੇ ਕਿਸੇ ਨੂੰ ਇਹ ਸਵਾਲ ਨਹੀਂ ਹੈ ਕਿ ਤੁਸੀਂ ਕਿਉਂ ਕਰਾ ਰਹੇ ਹੋ, ਸਵਾਲ ਇਹ ਹੈ ਕਿ ਜਿਹੜਾ ਰੋਡਵੇਜ਼ ਦਾ ਘਾਟਾ ਉਹ ਕਿਹਦੇ ਸਿਰ ਤੇ ਪਾਓਗੇ। ਲੋਨ ਵੀ ਚੱਕੋਗੇ ਤਾਂ ਵੀ ਪੰਜਾਬ ਵਾਲਿਆਂ ਦੇ ਸਿਰ ਤੇ ਪੈਣਾ। ਜੇ ਅੱਜ 100 ਰੁਪਏ ਵਾਲੀ ਟਿਕਟ ਤੁਸੀਂ ਮੁਫਤ ਯਾਤਰਾ ਕਰਾ ਰਹੇ ਹੋ, ਕੱਲ ਨੂੰ 100 ਰੁਪਏ ਵਾਲੀ ਟਿਕਟ ਪੰਜਾਬ ਨੂੰ 300 ਰੁਪਏ ਦੀ ਪੈਣੀ। ਇਹ ਇੱਕ ਪਹਿਲੂ ਹੈ। ਹਾਂ, ਪੰਜਾਬ ਦੇ ਵਿੱਚ ਜੇ ਤੁਸੀਂ ਕਹਿੰਦੇ ਹੋ ਬਜ਼ੁਰਗਾਂ ਨੂੰ, ਕਿਉਂਕਿ ਦਿੱਲੀ ਵਾਲੇ ਫਾਰਮੂਲੇ ਹਿਸਾਬ ਨਾਲ 60 ਤੋਂ ਉੱਪਰ ਵਾਲਿਆਂ ਨੂੰ ਲੈ ਕੇ ਜਾਣਗੇ। ਹੁਣ 60 ਸਾਲ ਤੋਂ ਉੱਪਰ ਵਾਲੇ ਜਿਹੜੇ ਬਜ਼ੁਰਗ ਸਰਕਾਰੀ ਅਹੁਦਿਆਂ ਤੋਂ ਰਿਟਾਇਰਡ ਨੇ, ਜੀ ਜੀ, ਮੁਫਤ ਯਾਤਰਾ। ਜਿਹੜੇ ਘਰ ਚ ਇਕੱਲੇ ਕਰ ਰਹੇ ਨੇ, ਜਾਣਾ ਚਾਹੁੰਦੇ ਨੇ, ਸ਼ਾਇਦ ਉਹਨਾਂ ਤੱਕ ਤੁਹਾਡੀ ਯੋਜਨਾ ਪਹੁੰਚੇ ਵੀ ਨਾ, ਜਾ ਵੀ ਨਾ ਸਕਣ। ਸੋ ਇਸ ਲਈ ਇੱਥੇ ਵੀ ਜਾਂ ਤਾਂ ਸਰਕਾਰ ਇਸ ਫਾਰਮੂਲੇ ਤੇ ਆਉਂਦੀ ਕਿ ਭਾਈ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਜਿਹੜੇ ਇਕੱਲੇ ਨੇ ਜਾਂ ਇਕੱਲੇ ਬਜ਼ੁਰਗ ਨੇ, ਇੱਕੋ ਘਰ ਚ 2 ਜੀ ਨੇ, ਜਿਨ੍ਹਾਂ ਦਾ ਜਾਂ ਟੱਬਰ ਬਾਹਰ ਆ ਜਾਂ ਕੁਛ ਹੈ, ਜਿਹੜੇ ਜਾਣ ਦੇ ਸਮਰੱਥ ਨਹੀਂ। ਹਾਂ, ਜੇ ਆਮਦਨ ਵਾਲੇ ਪੱਖੋਂ ਜਿਹੜੇ ਪ੍ਰਵੀਨ ਜੀ ਤੁਸੀਂ ਧਾਰਮਿਕ ਸਥਾਨ ਤੇ ਜਾਂਦੇ ਹੋ ਤਾਂ ਅਸੀਂ ਜਿੰਨੀ ਆਪਣੀ ਸਮਰੱਥਾ ਸ਼ਰਧਾ ਸੀ ਉਹਦੇ ਅਨੁਸਾਰ ਕੁਛ ਨਾ ਕੁਛ ਦਾਨ ਪੁੰਨ ਕਰਕੇ ਆਉਨੇ। ਬਿਲਕੁਲ ਸਹੀ ਹੈ। ਤੇ ਇਸ ਲਈ ਜਿਹੜਾ ਬੰਦਾ ਸਮਰੱਥ ਹੈ ਉਹ ਪੈਸੇ ਖਰਚ ਕੇ ਜਾਣਾ ਚਾਹੂਗਾ ਯਾਤਰਾ ਤੇ। ਪਰ ਤੁਸੀਂ ਨੀਲੇ ਕਾਰਡ ਵਾਂਗ ਉਹਨੂੰ ਆਟੇ ਦਾਲ ਤੇ ਲਾਉਣਾ ਚਾਹੁੰਦੇ ਹੋ, ਤੁਸੀਂ ਉਹਨੂੰ ਸਰਕਾਰੀ ਬੱਸ ਚੜਾਉਣਾ ਚਾਹੁੰਦੇ ਹੋ ਤਾਂ ਕਿ ਪਿੰਡ ਦੀ ਸੱਥ 'ਚ ਬੈਠ ਕੇ ਅਗਲਾ ਕਹੇ ਕਿ ਬਾਈ ਮੈਨੂੰ ਭਗਵੰਤ ਮਾਨ ਦੀ ਬੱਸ ਲੈ ਕੇ ਗਈ ਸੀ, ਮੈਂ ਤਾਂ ਨੈਣਾ ਦੇਵੀ ਜਾ ਕੇ ਆਇਆ। ਅੱਛਾ, ਮੈਂ ਵੀ ਦਰਬਾਰ ਸਾਹਿਬ ਤਾਂ ਹੀ ਗਿਆ, ਮਤਲਬ ਅੱਗੇ ਅਸੀਂ ਦਰਬਾਰ ਸਾਹਿਬ ਨਹੀਂ ਗਏ, ਅੱਗੇ ਅਸੀਂ ਨੈਣਾ ਦੇਵੀ ਨਹੀਂ ਗਏ। ਸੋ ਇਸ ਲਈ ਇਹ ਸਿਰਫ ਤੇ ਸਿਰਫ ਵੋਟ ਯਾਤਰਾ ਹੈ। ਉਹਦੇ ਨਾਲ ਪੰਜਾਬ ਦੇ ਖਜ਼ਾਨੇ ਤੇ ਬੋਝ ਪਵੇ ਜਾਂ ਨਾ ਪਵੇ, ਇਹ ਵੱਖਰਾ ਸਵਾਲ ਹੈ। ਸ਼ਰਮਾ ਜੀ, ਧਾਰਮਿਕ ਜਜ਼ਬਾਤੀ ਮਸਲਾ ਹੈ ਤੇ ਸਰਕਾਰਾਂ ਜਜ਼ਬਾਤਾਂ ਨੂੰ ਕੈਸ਼ ਕਰਦੀਆਂ ਜੀ। ਬਿਲਕੁਲ। ਤੇ ਦੂਜੀ ਅਹਿਮ ਗੱਲ ਇਹ ਹੈ ਸ਼ਰਮਾ ਜੀ ਇਸ ਮਾਮਲੇ ਦੇ ਵਿੱਚ ਵੀ, ਜੇਕਰ ਆਪਾਂ ਗੌਰ ਕਰੀਏ ਤਾਂ ਇੱਥੇ ਤਾਂ ਸਰਕਾਰ ਬਣਦਾ, ਤੁਸੀਂ ਨੀਲੇ ਬੈਗਾਂ ਦੀ ਗੱਲ ਕੀਤੀ ਹੈ, ਪੈਨਸ਼ਨਾਂ ਦਾ ਘਪਲਾ ਨਿਕਲਿਆ ਸੀ 2017 ਦੇ ਵਿੱਚ, ਤੁਹਾਨੂੰ ਯਾਦ ਹੋਣਾ, ਕਾਂਗਰਸ ਦੀ ਸਰਕਾਰ ਬਣਦੇ ਆ, ਕਿੰਨੇ ਲੱਖ ਪੈਨਸ਼ਨਰ ਜਾਲੀ ਸੀਗੇ, 40-40 ਸਾਲ ਦੇ ਬੰਦੇ। ਆਪਾਂ ਪਿੰਡਾਂ ਦੇ ਵਿੱਚ, ਤੁਸੀਂ ਵੀ ਵਿਚਰਦੇ ਹੋ, ਆਪਾਂ ਵੀ ਵਿਚਰਦੇ ਰਹੇ ਹਾਂ, 65 70 ਸਾਲ ਦੇ ਬਜ਼ੁਰਗ ਡੀਕੀ ਜਾਂਦੇ ਪੈਨਸ਼ਨਾਂ ਨੂੰ, ਵਿਚਾਰੇ ਬੈਂਕਾਂ ਭਾੜਾ ਲਾ ਕੇ, ਬੱਸਾਂ ਤੇ ਚੜ੍ਹ ਕੇ, 3 ਵੀਲਰਾਂ ਤੇ ਚੜ੍ਹ ਕੇ ਮੰਡੀ ਜਾਂਦੇ ਆ, ਸ਼ਹਿਰ ਜਾਂਦੇ ਆ, ਜੋ ਵੀ ਉਹਨਾਂ ਦੇ ਨੇੜੇ ਕੋਈ ਬੈਂਕ ਪੈਂਦਾ, ਮਸਾਂ ਤਿੱਖੜ ਦੁਪਹਿਰੇ ਜਾਂਦੇ, ਜੇਠ ਹਾੜ ਤੇ ਜਾਂਦੇ, ਠੰਡ ਦੇ ਵਿੱਚ ਜਾਂਦੇ ਆ, ਉਹ ਮੈਨੇਜਰ ਮੋੜ ਦਿੰਦਾ, ਥੋੜੀ ਤਾਂ ਜੀ ਆਈ ਨਹੀਂ। 40-40 ਸਾਲ ਦੇ ਬੰਦਿਆਂ ਦੀ ਪੈਨਸ਼ਨ ਲੱਗੀ, ਤੁਸੀਂ ਦੇਖੋ। ਬਿਲਕੁਲ ਇਹ ਵਰਤਾਰਾ ਹੋਇਆ, ਇਹ ਹੋਇਆ, ਟਾਈਮ ਵੀ ਹੋਇਆ, ਅਕਾਲੀਆਂ ਦੇ ਟਾਈਮ ਵੀ ਹੋਇਆ। ਹਾਂ ਜੀ। ਤੇ ਆਪਾਂ ਗੱਲ ਕਰੀਏ ਆਟੇ ਦੀ, ਕਿਉਂਕਿ ਬੈਗਾਂ ਦੇ ਵਿੱਚੋਂ ਜਿਹੜੀ ਕਣਕ ਨਿਕਲਦੀ ਸੀ ਉਹਦੇ ਨਾਲ ਆਟਾ ਹੀ ਬਣਦਾ, ਪਰ ਮੋਦੀ ਜੀ ਹੁਣ ਵੇਚਣਗੇ 27 ਰੁਪਏ ਕਿਲੋ ਆਟਾ, ਕਹਿੰਦੇ ਸ਼ਰਮਾ ਜੀ। ਬਈ ਜੇ ਸੂਬੇ ਦੀ ਸਰਕਾਰ ਧਾਰਮਿਕ ਯਾਤਰਾ ਰਾਹੀਂ ਵੋਟ ਬੈਂਕ ਇਕੱਠਾ ਕਰ ਸਕਦੀ ਹੈ, ਤਾਂ ਮੋਦੀ ਆਟਾ ਸਸਤਾ ਦੇ ਕੇ ਕਿਉਂ ਨਹੀਂ ਵੋਟ ਬੈਂਕ ਇਕੱਠਾ ਕਰ ਸਕਦਾ। ਮਤਲਬ ਬ੍ਰਾਂਡਡ ਕੰਪਨੀਆਂ ਵੀ ਕਮਾਉਣ ਤੇ ਮੋਦੀ ਜੀ ਵੀ ਕਮਾਉਣ, ਉਹ ਪੈਸੇ ਕਮਾਉਣ ਤੇ ਵੋਟਾਂ ਕਮਾਉਣ, ਸੋ ਇਹ ਵੋਟਾਂ ਕਮਾਉਣ ਦਾ ਜ਼ਰੀਆ। ਪਿਛਲੇ ਦਿਨੀ ਕੇਂਦਰ ਸਰਕਾਰ ਨੇ ਇੱਕ ਐਲਾਨ ਕੀਤਾ ਕਿ ਅਸੀਂ ਜਿਹੜੀ ਮੁਫਤ ਅਨਾਜ ਵਾਲੀ ਸਕੀਮ ਹੈ ਉਹਨੂੰ 5 ਸਾਲ ਲਈ ਹੋਰ ਵਧਾਉਂਦੇ ਹਾਂ। ਠੀਕ ਹੈ। ਕਰੋਨਾ ਕਾਲ ਦੇ ਵਿੱਚ ਇੱਕ ਯੋਜਨਾ ਇਹਨਾਂ ਨੇ ਸ਼ੁਰੂ ਕੀਤੀ ਸੀ ਕਿ ਅਸੀਂ ਜੀ ਅਨਾਜ ਦੇ ਰਹੇ ਹਾਂ ਗਰੀਬਾਂ ਨੂੰ। ਮਤਲਬ ਦੇਸ਼ ਦੀ ਗਰੀਬੀ ਕਿੰਨੀ ਆ ਤੁਸੀਂ ਇੱਥੋਂ ਦਾ ਲਾ ਸਕਦੇ ਹੋ, ਜਿੰਨੇ ਅਨਾਜ ਵੰਡਦੇ ਨੇ ਦਾ ਮਤਲਬ ਤੁਸੀਂ ਗਰੀਬਾਂ ਦਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜਿਵੇਂ ਆਪਾਂ ਕਹਿੰਦੇ ਧਾਰਮਿਕ ਯਾਤਰਾ, ਤੁਸੀਂ ਹਰ ਘਰ 'ਚ ਰੁਜ਼ਗਾਰ ਦੇ ਦਿਓ ਨਾ, ਜੋ ਆਪਣੇ ਬਜ਼ੁਰਗਾਂ ਨੂੰ ਲਿਜਾਣ ਦੇ ਸਮਰੱਥ ਹੋ ਜਾਣ ਜੀ। ਸੋ ਉਸੇ ਤਰ੍ਹਾਂ ਇੱਥੇ ਸਵਾਲ ਹੈ ਕਿ ਤੁਸੀਂ ਹਰ ਘਰ 'ਚ ਰੁਜ਼ਗਾਰ ਦਿਓ, ਬੰਦਾ ਆਪਣਾ ਆਟਾ ਆਪ ਖਰੀਦ ਲਵੇ। ਪਰ ਉਹ ਮੁਫਤ ਯੋਜਨਾ ਹੁਣ ਸਰਕਾਰ, ਜਦੋਂ ਸਰਕਾਰ ਦੇ ਕਾਰਜਕਾਲ ਦਾ ਮਾਤਰ ਸਾਲ ਰਹਿ ਗਿਆ, ਸਾਲ ਤੋਂ ਵੀ ਘੱਟ ਵਕਫਾ ਰਹਿ ਗਿਆ, ਤੇ ਤਾਦੇ ਕਹਿੰਦੇ 5 ਸਾਲ ਲਈ ਅਸੀਂ ਆਟਾ ਮਤਲਬ ਕਿ ਮੁਫਤ ਅਨਾਜ ਦਿੰਦੇ ਰਵਾਂਗੇ। ਉਹ ਹਵਾਲਾ ਹੈ ਕਿ ਸਾਨੂੰ ਚੁਣ ਲਿਓ ਤਾਂ ਤੁਹਾਨੂੰ ਅਗਲੀ ਵਾਰ ਮਿਲੂਗਾ। ਉਸੇ ਤਰ੍ਹਾਂ ਹੁਣ ਜਦੋਂ ਦੇਸ਼ ਦੇ ਵਿੱਚ ਪਿਆਜ਼ ਮਹਿੰਗੇ ਹੈ ਨਾ, ਕਿਸਾਨ ਨੂੰ ਤੁਸੀਂ ਉਹਦੇ ਭਾਅ ਨਹੀਂ ਪੂਰਾ ਦਿੰਦੇ, ਤੇ ਗੱਬੇ ਵਪਾਰੀ ਅਵਾਨੀ ਅਡਾਨੀਆਂ ਦੇ ਸ਼ੋਰੂਮਾਂ 'ਚ ਉਹੀ ਚੀਜ਼ ਜਿਹੜੀ ਕਿਸਾਨ ਤੋਂ ਰੁਪਈਏ ਦੀ ਲੈਂਦੇ ਹੋ 100 ਰੁਪਏ ਦੀ ਮਿਲਦੀ ਆ। ਹਾਂਜੀ। 5 ਰੁਪਈਏ ਛੱਲੀ ਦਾ ਕਿਸਾਨ ਨੂੰ ਮੁੱਲ ਵੀ ਨਹੀਂ ਮਿਲਦਾ, ਤੇ ਉਹ ਛੱਲੀ 50 ਰੁਪਏ ਦੀ ਮਿਲਦੀ ਆ। ਸੋ ਇਸ ਲਈ ਦੋਏ ਪਾਸੇ ਲੋਕਾਂ ਦੀ ਲੁੱਟ ਆ, ਕਿਸਾਨਾਂ ਦੀ ਵੀ ਤੇ ਖਰੀਦਦਾਰ ਦੀ ਵੀ। ਉਹਦੇ ਵਿਚਾਲੇ ਸਰਕਾਰ ਇਹ ਜਤਾਉਣਾ ਚਾਹੁੰਦੀ ਹੈ ਕਿ ਸਾਨੂੰ ਜਨਤਾ ਦਾ ਬਹੁਤ ਫਿਕਰ ਆ। ਸੋ ਇਸ ਲਈ ਕੇਂਦਰ ਸਰਕਾਰ ਕਹਿੰਦੀ ਅਸੀਂ 25 ਰੁਪਏ ਕਿਲੋ ਪਿਆਜ਼ ਵੇਚ ਰਹੇ ਹਾਂ, ਅਸੀਂ ਛੋਲਿਆਂ ਦੀ ਦਾਲ 60 ਰੁਪਏ ਕਿਲੋ ਵੇਚ ਰਹੇ ਹਾਂ। ਦਿੱਲੀ ਦੇ ਵਿੱਚ 100 ਦੁਕਾਨਾਂ ਖੋਲੀਆਂ ਜੀ ਕਹਿੰਦੇ, ਕਿ ਜਿੱਥੇ ਹੁਣ 25 ਰੁਪਏ ਕਿਲੋ ਪਿਆਜ਼ ਮਿਲਦਾ।
ਮਤਲਬ ਪੂਰਾ ਦਿੱਲੀ 100 ਦੁਕਾਨਾਂ ਤੋਂ ਖਰੀਦ ਲੂਗਾ ਪਿਆਜ਼। ਹੂੰ ਪੂਰੇ ਦੇਸ਼ ਦੇ ਵਿੱਚ 50 ਕੁ ਸ਼ਹਿਰ ਚੁਣੇ ਆ ਜਿੱਥੇ ਕਹਿੰਦੇ ਅਸੀਂ 25 ਰੁਪਏ ਕਿਲੋ ਵਾਲੀ ਦੁਕਾਨਾਂ ਖੋਲੀਆਂ। ਮਤਲਬ ਪੂਰਾ ਦੇਸ਼ 50 ਸ਼ਹਿਰਾਂ ਚੋਂ ਹੀ ਸਮਾਨ ਖਰੀਦਦਾ। ਹਾਂ ਬਿਲਕੁਲ। ਇਹਦਾ ਮਤਲਬ ਤੁਸੀਂ ਸਿਰਫ ਬ੍ਰਾਂਡ ਬਣਾ ਕੇ ਵੇਚ ਰਹੇ ਹੋ। ਇਹ ਉਵੇਂ ਹੀ ਹੈ ਮਹੱਲਾ ਕਲੀਨਿਕ ਖੋਲੇ ਅਸੀਂ ਬਹੁਤ ਵੱਖ-ਵੱਖ ਥਾਵਾਂ ਤੇ ਨੇ, ਕਹਿਣ ਨੂੰ ਮਹੱਲਾ ਕਲੀਨਿਕ ਹੈ। ਜੀ ਜੀ। ਹੁਣ ਸਰਕਾਰ ਨੇ ਤੋਂ ਅਗਲੀ ਯੋਜਨਾ ਲਿਆਂਦੀ ਕਿ ਮੋਦੀ ਜੀ ਆਟਾ ਦੇਣਗੇ 27 ਰੁਪਏ 50 ਪੈਸੇ ਕਿਲੋ। ਕਹਿੰਦੇ ਜੀ ਬ੍ਰਾਂਡਡ ਆਟਾ 40 ਤੋਂ 50 ਰੁਪਏ ਕਿਲੋ ਮਿਲਦਾ ਲੋਕਾਂ ਨੂੰ। ਇਸ ਲਈ ਅਸੀਂ ਭਾਰਤ ਆਟਾ ਲੈ ਕੇ ਆਏ ਆ, ਉਹਦਾ ਨਾਂ ਰੱਖਿਆ ਭਾਰਤ ਆਟਾ। ਇੱਕ ਤਾਂ ਭਾਰਤ ਨਾਂ ਤੇ ਇੰਡੀਆ ਦੇ ਨਾਂ ਦੀ ਜਿਹੜੀ ਰਾਜਨੀਤੀ ਚੱਲਦੀ ਆ ਉਹਦੇ ਵਿੱਚੋਂ ਇਹ ਫਾਰਮੂਲਾ ਨਿਕਲਿਆ। ਦੂਜਾ, ਜਿਵੇਂ ਜਦੋਂ ਕਰੋਨਾ ਕਾਲ ਸੀ ਤਾਂ ਤੁਸੀਂ ਟੀਕਾ ਲਵਾਉਂਦੇ ਸੀ, ਸਰਟੀਫਿਕੇਟ ਤੇ ਮੋਦੀ ਦੀ ਫੋਟੋ ਸੀ ਹੈਗੀ ਸੀ। ਬਿਲਕੁਲ ਜੀ। ਉਵੇਂ ਹੁਣ ਜਿਹੜੇ ਟੈਂਪੂਆਂ 'ਚ ਲੱਦ ਕੇ ਆ ਰਿਹਾ ਉਹਦੇ ਪਰ ਮੋਦੀ ਦੀ ਫੋਟੋ। ਭਾਈ ਮੋਦੀ ਨੇ ਕਰਿਆਨੇ ਦੀ ਦੁਕਾਨ ਖੋਲੀ ਆ ਕਿ ਆਟੇ ਦੇ ਟੈਂਪੂਆਂ ਤੇ ਵੀ, ਆਟੇ ਦੇ ਟਰੱਕਾਂ ਤੇ ਵੀ, ਹੋ ਸਕਦਾ ਥੈਲਿਆਂ ਤੇ ਵੀ ਹੋਵੇ, ਜੇ ਥੈਲਾ ਮੈਂ ਦੇਖਿਆ ਨਹੀਂ। ਸੋ ਭਾਰਤ ਆਟਾ ਮੋਦੀ ਦੇ ਨਾਂ ਤੇ 27 ਰੁਪਏ, ਤਾਂ ਕਿ ਹਰੇਕ ਦੇਸ਼ ਵਾਸੀ ਨੂੰ ਚਾਹਿਆ ਜਾਵੇ ਕਿ ਤੁਹਾਨੂੰ ਸਸਤੀ ਰੋਟੀ ਅਸੀਂ ਖਿਲਾਉਂਦੇ ਆ। ਜੀ ਜੀ ਬਿਲਕੁਲ। ਸੋ ਇੱਕ ਬੜੀ ਇੱਕ ਵੋਟ ਸਿਆਸਤ ਹੈ। ਸੋ ਇਸ ਲਈ ਜਿਵੇਂ ਵੋਟ ਯਾਤਰਾ ਉਵੇਂ ਹੀ ਇਹ ਵੋਟ ਰੋਟੀ ਹੈ, ਤਾਂ ਕਿ ਅਸੀਂ ਲੋਕਾਂ ਤੋਂ ਅਗਲੀਆਂ ਚੋਣਾਂ ਦੇ ਵਿੱਚ ਵੋਟਾਂ ਹਾਸਲ ਕਰ ਸਕੀਏ। ਸਿਰਫ ਉਹਦੀ ਯੋਜਨਾ। ਰੌਲਾ ਇਹ ਹੈ ਨਾ ਸ਼ਰਮਾ ਜੀ, ਜਦੋਂ ਵੋਟਰ ਕੁਛ ਚੀਜ਼ਾਂ ਦੇ ਦੁਆਲੇ ਦੁਆਲੇ ਕੇਂਦਰਿਤ ਹੋ ਜੇ ਨਾ, ਫਿਰ ਉਹਨੂੰ ਉੱਥੇ ਕੇਂਦਰਿਤ ਰੱਖਣਾ ਬਹੁਤ ਸੌਖਾ ਹੋ ਜਾਂਦਾ। ਵੋਟਰ ਦੀ ਤਬੀਅਤ ਤੋਂ ਵੀ ਥੋੜ੍ਹੀਆਂ ਚੀਜ਼ਾਂ ਦੂਰ ਕਰਨ ਵਾਲੀਆਂ। ਸਿਆਸਤ ਨੇ ਤਾਂ ਫਿਰ ਤੁਹਾਨੂੰ ਪਤਾ, ਸਿਆਸਤ ਨੂੰ ਤਾਂ ਤੁਸੀਂ ਉਂਗਲ ਫੜਾਓਗੇ ਤੇ ਉਹਨਾਂ ਨੇ ਤਾਂ ਬਾਂਹ ਫੜ ਲੈਣੀ, ਜੱਫਾ ਹੀ ਪਾ ਲੈਣਾ। ਤੇ ਜਾਂਦੇ ਜਾਂਦੇ ਗੱਲ ਕਰੀਏ ਖਹਿਰਾ ਸਾਹਿਬ ਦੀ, ਕਹਿੰਦੇ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਸੁਖਪਾਲ ਖਹਿਰਾ ਨੂੰ। ਬਿਲਕੁਲ, ਸੁਖਪਾਲ ਖਹਿਰਾ ਨੂੰ ਫਿਰ ਇੱਕ ਵਾਰ ਉਮੀਦ ਸੀ ਕਿ ਮੈਨੂੰ ਹੇਠਲੀ ਅਦਾਲਤ ਚੋਂ ਜ਼ਮਾਨਤ ਮਿਲ ਸਕਦੀ ਹੈ ਤੇ ਹਾਈ ਕੋਰਟ 'ਚ ਮਾਮਲਾ ਉੱਥੋਂ ਜ਼ਮਾਨਤ ਮਿਲਦੀ, ਪਰ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ। ਕਿਉਂਕਿ ਪਿਛਲੀ ਵਾਰ ਵੀ ਜਦੋਂ ਮਾਮਲਾ ਅਦਾਲਤ 'ਚ ਸੀਗਾ ਉਸ ਦਿਨ ਮਤਲਬ ਕਿ ਸਰਕਾਰ ਦੇ ਵਕੀਲ ਨੇ ਕਹਿ ਕੇ ਜੀ ਕਿ ਸਾਨੂੰ ਕੋਈ ਸਬੂਤ ਮਿਲਿਆ, ਉਹ ਤੱਥ ਮਿਲਿਆ ਜੀ ਅਸੀਂ, ਹੈ ਨਾ, ਉਹਦੇ ਹਵਾਲੇ ਨਾਲ ਹੁਣ ਉਦਣ ਫੈਸਲਾ ਰਾਖਵਾਂ ਰੱਖ ਲਿਆ ਸੀਗਾ। ਸੋ ਰਾਖਵਾਂ ਰੱਖਣ ਤੋਂ ਬਾਅਦ ਅੱਜ ਸੀਗਾ ਕਿ ਅੱਜ ਉਹਦੇ ਪਰ ਫੈਸਲਾ ਆ ਜਾਣਾ ਕੁਛ ਨਾ ਕੁਛ, ਪਰ ਅੱਜ ਪਤਾ ਲੱਗਿਆ ਕਿ ਕੁਝ ਅਧਿਕਾਰੀ ਪੇਸ਼ ਹੀ ਨਹੀਂ ਹੋਏ। ਸੋ ਜਦੋਂ ਅਧਿਕਾਰੀ ਪੇਸ਼ ਨਹੀਂ ਹੋਏ ਤੇ ਬਿਨਾਂ ਕਿਸੇ ਤੋਂ ਫਿਰ ਇਹ ਅਗਲੀ ਸੁਣਵਾਈ ਤੇ ਪਾ ਦਿੱਤੀ ਗਈ। ਤੇ 14, ਇਹਦਾ ਮਤਲਬ ਦੀਵਾਲੀ ਅੰਦਰ ਹੀ ਮਨਾਉਣਗੇ ਸੁਖਪਾਲ ਖਹਿਰਾ। ਦੀਵਾਲੀ ਤੋਂ ਪਹਿਲਾਂ ਬਾਹਰ ਆਉਣ ਦੀ ਕੋਈ ਉਮੀਦ ਨਹੀਂ। 14 ਨਵੰਬਰ ਤੇ ਕੱਲ ਜਾ ਪਈ ਹੈ ਤੇ ਉਧਰ ਹਾਈ ਕੋਰਟ ਤੋਂ ਵੀ ਰਾਹਤ ਅਜੇ ਨਹੀਂ ਮਿਲ ਰਹੀ। ਸੋ ਇਸ ਲਈ ਸੁਖਪਾਲ ਖਹਿਰਾ ਦੇ ਅਗਲੇ ਦਿਨ ਅਜੇ ਜੇਲ੍ਹ 'ਚ ਕੱਟਣੇ ਪੈਣਗੇ ਉਹਨਾਂ ਨੂੰ। ਸੋ ਇਹਦੇ ਉੱਤੇ ਵੀ ਪੰਜਾਬ 'ਚ ਖਾਸੀਆਂ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਕੀ ਇਹ ਅਦਾਲਤੀ ਪ੍ਰਕਿਰਿਆ ਹੈ ਜਾਂ ਰਾਜਨੀਤਿਕ ਪ੍ਰਕਿਰਿਆ, ਇਹਦੀ ਵੀ ਚਰਚਾ ਕਾਫੀ ਹੈ। ਸ਼ਰਮਾ ਜਦੋਂ ਗਏ ਆ ਖਹਿਰਾ ਸਾਹਿਬ ਉਦੋਂ ਕਾਫੀ ਕੌਨਫੀਡੈਂਟ ਸੀਗੇ ਕਿ ਲੀਗਲ ਅਸੀਂ ਅਦਾਲਤਾਂ ਰਾਹੀਂ ਬਾਹਰ ਆ ਜਾਾਂਗੇ। ਉਸ ਤੋਂ ਬਾਅਦ ਪ੍ਰਵੀਨ ਜੀ ਸੁਖਪਾਲ ਖਹਿਰਾ ਹੋਰਾਂ ਦੇ ਵਕੀਲ ਨੇ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਹੋਰ ਐਪਲੀਕੇਸ਼ਨ ਲਾਈ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਇਹ ਵੀ ਖਤਰਾ ਹੈ ਕਿ ਸਰਕਾਰ ਸਾਡੇ ਤੇ ਕੋਈ ਨਵਾਂ ਪਰਚਾ ਦਰਜ ਕਰੂਗੀ। ਠੀਕ ਹੈ, ਅੱਛਾ। ਤੇ ਇਸ ਲਈ ਉਹਦੇ ਹਵਾਲੇ ਨਾਲ ਕਿ ਪਹਿਲਾਂ ਹੀ ਜੇ ਵੀ ਕੁਝ ਹੁੰਦਾ ਉਹ ਇਹਦੇ ਨਾਲੇ ਜੋੜ ਕੇ ਰੱਖਿਆ ਜਾਵੇ, ਕੁਝ ਵੱਖਰਾ ਨਾ ਹੋਵੇ, ਕਿਉਂਕਿ ਉਹਨਾਂ ਨੂੰ ਇਹ ਵੀ ਡਰ ਹੈ ਕਿ ਜੇਕਰ ਨਵਾਂ ਪਰਚਾ ਦਰਜ ਹੁੰਦਾ ਮਤਲਬ ਜਿੱਦਣ ਇਹਦੀ ਜ਼ਮਾਨਤ ਮਿਲਣੀ ਉਹਨੇ ਦੂਜੀ ਗ੍ਰਿਫਤਾਰੀ ਪਾ ਦੇਣੀ। ਸੋ ਇਸ ਲਈ ਇਹ ਵੀ ਇਹਦਾ ਮਤਲਬ ਕੁਝ ਅੰਦਰ ਚੱਲ ਰਹੀ ਹੈ ਰਾਜਨੀਤੀ। ਮੈਂ ਤਾਂ ਹੀ ਕਹਿ ਰਿਹਾ ਕਿ ਕੀ ਇਹ ਅਦਾਲਤੀ ਪ੍ਰਕਿਰਿਆ ਹੈ ਇਕੱਲੀ ਜਾਂ ਰਾਜਨੀਤਿਕ ਪ੍ਰਕਿਰਿਆ ਵੀ ਚੱਲ ਰਹੀ ਹੈ। ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਤੇ ਬਹੁਤ ਸ਼ੁਕਰੀਆ। ਜਾਂਦੇ ਜਾਂਦੇ ਮੈਂ ਇੱਕ ਆਪਦੇ ਕਮੈਂਟ ਦੀ ਸੋਧ ਕਰਦਾ, ਜਿਹੜਾ ਲਾਸਟ ਮੋਦੀ ਜੀ ਜਿਹੜੇ ਆਟਾ ਵਾਲੀ ਗੱਲ ਆਪਾਂ ਕਰ ਰਹੇ ਸੀ ਉਹਦੇ 'ਚ ਇਹ ਹੈ ਕਿ ਵੈਲਫੇਅਰਿੰਗ ਕਰਨੀ ਉਹ ਸਰਕਾਰਾਂ ਦਾ ਫਰਜ਼ ਬਣਦਾ, ਪਰ ਵੈਲਫੇਅਰਿੰਗ ਕਰਨੀ, ਵੈਲਫੇਅਰ ਕਰਨਾ ਲੋਕਾਂ ਨੂੰ ਸਮਰੱਥ ਬਣਾਉਣਾ ਇੱਕ ਅਲੱਗ ਚੀਜ਼ ਹੈ, ਪਰ ਲੋਕਾਂ ਨੂੰ ਮੁਫਤ ਦੀਆਂ ਚੀਜ਼ਾਂ ਤੇ ਲਾਉਣਾ, ਮੁਫਤਖੋਰੀ ਤੇ ਵੈਲਫੇਅਰਿੰਗ ਦੋ ਅਲੱਗ-ਅਲੱਗ ਚੀਜ਼ਾਂ ਨੇ, ਇਕੱਠੀਆਂ ਕਦੇ ਵੀ ਨਹੀਂ ਚੱਲ ਸਕਦੀਆਂ। ਬਿਲਕੁਲ, ਬਹੁਤ ਸ਼ੁਕਰੀਆ ਜੀ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।